ਰਾਹੁਲ ਗਾਂਧੀ ਨੇ ਜਿਹੜੀ ਅੱਜ ਟਿੱਪਣੀ ਕੀਤੀ ਹੈ ਮਨੀਪੁਰ ਨੂੰ ਲੈ ਕੇ ਕਿ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਹ ਭਾਰਤ ਮਾਂ ਦੀ ਹੱਤਿਆ, ਦੂਜੇ ਪਾਸੇ ਜ਼ਬਰਦਸਤ ਵਿਰੋਧ। ਕੀ ਲੱਗਦਾ ਹੈ ਕਿ ਟਕਰਾਅ ਕਿਸ ਕਦਰ ਰਾਜਨੀਤੀ ਨੂੰ ਲੈ ਕੇ ਸਿਖਰ ਵੱਲ ਨੂੰ ਵੱਧ ਰਿਹਾ ਹੈ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕੰਪੈਲ ਕਰਨਾ ਪਿਆ, ਮਜਬੂਰ ਕਰਨਾ ਪਿਆ ਵੀ ਮਨੀਪੁਰ ਦੇ ਮਸਲੇ ਤੇ ਡਿਬੇਟ ਐਂਡ ਡਿਸਕਸ਼ਨ ਕਰੋ। ਇੰਨੇ ਇਨਸੀਡੈਂਟਸ ਹੋਣ ਦੇ ਬਾਵਜੂਦ 150 ਦੇ ਨੇੜੇ ਤੇੜੇ ਕਤਲ ਹੋਏ, 6500 ਦੇ ਨੇੜੇ ਪਰਚੇ ਹੋਏ, 60,000 ਦੇ ਨੇੜੇ ਲੋਕ ਰਿਲੀਫ ਕੈਂਪਸ ਦੇ ਵਿੱਚ ਹੈ ਜਿਨ੍ਹਾਂ ਨੇ ਆਪਦੇ ਘਰ ਗਵਾ ਲਏ, ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, 5,000 ਦੇ ਨੇੜੇ ਤੇੜੇ ਘਰ ਜਲਾਏ ਗਏ, ਰਾਖ ਕਰ ਦਿੱਤੇ ਗਏ, ਕਿੰਨੀਆਂ ਮਹਿਲਾਵਾਂ ਦੇ ਨਾਲ ਰੇਪ ਹੋਇਆ, ਅਸੌਲਟ ਹੋਇਆ, ਹੈਰੈਸਮੈਂਟ ਹੋਈ, ਮੋਲੈਸਟੇਸ਼ਨ ਹੋਈ, ਵਿਕਟਮਾਈਜੇਸ਼ਨ ਹੋਈ। ਉਹਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦੇਣਾ ਠੀਕ ਨਹੀਂ ਸਮਝਿਆ। ਨੈਸ਼ਨਲ ਇਸ਼ੂ ਦੇ ਵਿੱਚ ਸਾਰਿਆਂ ਨੂੰ ਇਕੱਠੇ ਖੜੇ ਹੋਣਾ ਚਾਹੀਦਾ ਹੈ, ਕਿਉਂਕਿ ਅਗਰ ਸਾਰੇ ਇਕੱਠੇ ਨਹੀਂ ਖੜੇ ਹੁੰਦੇ ਤੇ ਜਿਹੜੇ ਉੱਥੇ ਐਂਟੀ ਸੋਸ਼ਲ ਤੇ ਐਂਟੀ ਨੈਸ਼ਨਲ ਐਲੀਮੈਂਟ ਜਿਹੜੇ ਇਹਨਾਂ ਚੀਜ਼ਾਂ ਨੂੰ ਟ੍ਰਿਗਰ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਥੋੜੀ ਉਹ ਮਿਲ ਜਾਂਦੀ ਹੈ, ਕੀ ਕਹਿੰਦੇ ਨੇ, ਸ਼ਹਿ ਮਿਲ ਜਾਂਦੀ ਹੈ, ਕੌਨਫੀਡੈਂਸ ਉਹਨਾਂ ਦੀ ਵੱਧ ਜਾਂਦੀ ਹੈ ਕਿ ਕੋਈ ਨਾ ਕੋਈ ਸਾਡੇ ਨਾਲ ਖੜਾ ਹੈ। ਬੀਜੇਪੀ ਲਈ ਜ਼ਰੂਰੀ ਸੀ ਡੇਟਾ ਪ੍ਰੋਟੈਕਸ਼ਨ ਬਿੱਲ, ਬੀਜੇਪੀ ਲਈ ਜ਼ਰੂਰੀ ਸੀ ਸਿਨੇਮੈਟੋਗ੍ਰਾਫ ਅਮੈਂਡਮੈਂਟ ਬਿੱਲ, ਬੀਜੇਪੀ ਲਈ ਜ਼ਰੂਰੀ ਸੀ ਦਿੱਲੀ ਸਰਵਿਸਿਜ਼ ਬਿੱਲ, ਕਿਉਂਕਿ ਵੋਟ ਇਹਨਾਂ ਲਈ ਵਿਕਟਮਸ ਤੋਂ ਪਹਿਲਾਂ ਆਉਂਦੀ ਹੈ। ਜੋ ਮਰਜ਼ੀ ਹੋ ਜੇ ਸਿੱਧੂ ਸਾਹਿਬ, ਮੈਨੂੰ ਲੱਗਦਾ ਬੀਜੇਪੀ ਭੁੱਲ ਗਈ ਸਾਡਾ ਆਰਟੀਕਲ 21 ਫੰਡਾਮੈਂਟਲ ਰਾਈਟ ਸੰਵਿਧਾਨ ਦੇ ਵਿੱਚ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਜੈਵਨ ਸਾਹਿਬ, ਜੇ ਇੱਕ ਜਾਨ ਚਲੀ ਜਾਵੇ ਨਾ ਬਹੁਤ ਵੱਡਾ ਇਸ਼ੂ ਹੁੰਦਾ ਹੈ। ਇੱਥੇ ਤਾਂ ਇੰਨੀਆਂ ਜਾਨਾਂ ਗਈਆਂ, ਹਰਿਆਣੇ ਦੇ ਵਿੱਚ ਵੀ ਗਈਆਂ, ਉਹਦੇ ਬਾਵਜੂਦ ਤੁਸੀਂ ਉਹਨੂੰ ਪ੍ਰਾਇੋਰਟੀ ਨਹੀਂ ਬਣਾ ਸਕੇ। ਸਪੀਚ ਸ਼ੁਰੂ ਕੀਤੀ ਅਡਾਨੀ ਦੇ ਨਾਲ, ਫਿਰ ਉਹਨਾਂ ਨੇ ਉਹ ਜਿਹੜਾ ਵਾਟਐਵਰ ਵਾਕਿੰਗ ਉਹਨਾਂ ਨੇ ਕੀਤੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਉਹਦੇ ਉੱਤੇ ਚਲੇ ਗਏ। 10-15-20 ਮਿੰਟ ਤੇ ਉਹਨਾਂ ਨੇ ਜੋ ਸਪੀਚ ਕਰ ਦਿੱਤੇ। ਮਤਲਬ ਇਹਦੇ ਨਾਲ ਸਿੱਧੂ ਸਾਹਿਬ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨੀ ਕੁ ਉਹਨਾਂ ਨੂੰ ਹਾਊ ਮਚ ਸੀਰੀਅਸਨੈਸ ਇਜ਼ देयर ਅਬਾਊਟ ਮਨੀਪੁਰ ਵਿਦ ਹਿਮ। ਹੀ ਵਾਸ ਪਲੇਇੰਗ ਟੂ ਦ ਗੈਲਰੀ। ਤੇ ਜਗਦੀਸ਼ ਟਾਈਟਲਰ ਨੇ ਜਿਵੇਂ ਕਬੂਲਿਆ ਹੈ ਸਟਿੰਗ ਆਪਰੇਸ਼ਨ ਦੇ ਵਿੱਚ, ਤੇ ਜਿਸ ਤਰੀਕੇ ਦੇ ਨਾਲ ਉਸ ਨੇ ਕਤਲੇਆਮ ਦੀ ਅਗਵਾਈ ਕੀਤੀ ਉਸ ਵਕਤ ਸੱਜਣ ਕੁਮਾਰ ਨੇ, ਜਗਦੀਸ਼ ਟਾਈਟਲਰ ਨੇ, ਕਮਲਨਾਥ ਨੇ, ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜਿਹੜੀ ਕਾਂਗਰਸ ਹੈ ਉਹਨਾਂ ਨੂੰ ਸਰਪ੍ਰਸਤੀ ਦਿੰਦੀ ਆ ਰਹੀ ਹੈ। ਕੀ ਮਜਬੂਰੀ ਹੈ ਇਹ ਗਾਂਧੀ ਪਰਿਵਾਰ ਨੂੰ ਪਤਾ ਹੈ। ਪਰ ਦੂਸਰੇ ਪਾਸੇ ਬੀਜੇਪੀ ਜਿਹੜੀ ਹੈ, ਬੀਜੇਪੀ ਨੂੰ ਇੱਕ ਬਹਾਨਾ ਮਿਲ ਗਿਆ ਕਿ ਉਹ ਜਦੋਂ ਵੀ ਕੋਈ ਗੱਲ ਹੁੰਦੀ ਹੈ ਇਸ ਦੇਸ਼ ਦੇ ਅੰਦਰ, ਚਾਹੇ ਗੁਜਰਾਤ ਦੇ ਵਿੱਚ ਵਾਪਰੀ ਘਟਨਾ, ਚਾਹੇ ਮਣੀਪੁਰ ਦੇ ਵਿੱਚ ਹੁਣ ਵਾਪਰ ਰਹੀ ਹੈ, ਚਾਹੇ ਹੁਣ ਹਰਿਆਣਾ ਦੇ ਵਿੱਚ ਹੋਇਆ ਹੈ, ਤਾਂ ਇੱਕੋ ਗੱਲ ਕਹਿ ਰਹੇ ਆ ਕਿ ਤੁਸੀਂ ਦੇਖੋ ਜੀ 84 ਦਾ ਹਿਸਾਬ ਦਿਓ, ਤੁਸੀਂ 84 'ਚ ਕੀ ਕੀਤਾ। ਸੋ ਇਹ ਕੰਪੀਟੀਸ਼ਨ ਜਿਹੜਾ ਚੱਲ ਰਿਹਾ ਇਹਦੇ ਵਿੱਚ ਆਮ ਲੋਕ ਜਿਹੜੇ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਇਸ ਦੇਸ਼ ਦੇ ਅੰਦਰ ਜਦੋਂ ਕਾਨੂੰਨ ਏਕੇ, ਫਿਰ ਉਹਦੀ ਪਰਿਭਾਸ਼ਾ ਕਿਉਂ ਬਦਲ ਦਿੱਤੀ ਜਾਂਦੀ ਹੈ? ਉਸ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਕਿ ਜੇ ਤਾਂ ਪੁਰਾਣੀਆਂ ਗੱਲਾਂ, ਹੋਰ ਥਾਵਾਂ ਦੀਆਂ ਗੱਲਾਂ ਕਰਕੇ ਮਨੀਪੁਰ ਦਾ ਕੋਈ ਸਮਾਧਾਨ ਨਿਕਲਦਾ ਹੈ, ਸੋਲੂਸ਼ਨ ਨਿਕਲਦਾ ਹੈ ਤੇ ਤਾਂ ਕਰ ਲਓ, ਤੇ ਜੇ ਨਹੀਂ ਨਿਕਲਦਾ ਤੇ ਲੋਕਾਂ ਨੂੰ ਜਿਹੜਾ ਬਣਦਾ ਇਨਸਾਫ ਹੈ ਮਨੀਪੁਰਦਿਆਂ ਨੂੰ ਦੇਣਾ ਸ਼ੁਰੂ ਕਰੋ, ਐਕਸ਼ਨ ਲੈਣਾ ਸ਼ੁਰੂ ਕਰੋ, ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਰਾਜਨੀਤੀ ਕਰਨ ਨਾ ਕਰੋ, ਕਿਉਂਕਿ ਲੋਕ ਇਹ ਦੇਖ ਰਹੇ ਹੈ ਕਿ ਮਨੀਪੁਰ ਦਾ ਟੌਪਿਕ ਅੱਜ ਦਾ ਰਾਹੁਲ ਗਾਂਧੀ ਜੀ ਨੇ ਮਨੀਪੁਰ ਤੇ ਬਿਆਨ ਦਿੱਤਾ ਹੈ, ਇਹਨਾਂ ਦੇ ਲੀਡਰਸ ਨੇ ਮਨੀਪੁਰ ਤੇ ਬਿਆਨ ਦਿੱਤਾ, ਫਿਰ ਇਹ ਹੋਰ ਪਾਸੇ ਕੋ ਜਾ ਰਹੇ। ਦੂਜਾ, ਮਨੀਪੁਰ ਕਰਕੇ ਨੋ ਕੌਨਫੀਡੈਂਸ ਮੋਸ਼ਨ ਐਕਸੈਪਟ ਹੋਇਆ, ਫਿਰ ਕਿਉਂ ਹੋਰ ਪਾਸੇ ਜਾ ਰਹੇ ਹੈ? ਬਿਕੋਜ਼ ਆਫ ਪੋਲੀਟੀਸਾਈਜੇਸ਼ਨ ਆਫ ਦ ਡਿਬੇਟ। ਜਿਹੜੀ ਡਿਬੇਟ ਹੋਈ ਹੈ ਉਹ ਮਨੀਪੁਰ ਤੇ ਘੱਟ ਹੋਈ ਹੈ ਤੇ ਉਹ 2024 ਇਲੈਕਸ਼ਨ ਦੇ ਉੱਤੇ ਜ਼ਿਆਦਾ ਹੋਈ ਹੈ। ਨਸੀਰ ਮੁਹੰਮਦ ਜੀ ਨੇ ਜਿਹੜਾ ਕਿਹਾ ਨਾ, ਮੈਂ ਉਹਦੇ ਨਾਲ ਬਿਲਕੁਲ ਇਹ ਰੱਖਣਾ ਕਿ ਸਾਨੂੰ ਇਹਨੂੰ ਹਿਊਮੈਨਿਟੀ ਦੇ ਨਾਲ ਦੇਖਣਾ ਚਾਹੀਦਾ ਸੀਗਾ। ਬੜੇ ਅੱਛੇ ਪੁਆਇੰਟਸ ਉਹਨਾਂ ਨੇ ਬਣਾਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦਾ। ਮੈਂ ਕਹਿੰਦਾ ਜੀ ਜਿੰਨੇ ਮਰਜ਼ੀ ਭਾਸ਼ਣ ਹੋ ਜਾਣ, ਜਿੰਨੇ ਮਰਜ਼ੀ ਬਿਆਨ ਆ ਜਾਣ, ਜਿਨ੍ਹਾਂ ਦੀ ਜਾਨ ਚਲੀ ਗਈ, ਜਿਨ੍ਹਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਗਿਆ, ਕਿ ਉਹ ਭਰਪਾਈ ਹੋ ਸਕੇਗੀ? ਸੋ ਇਸ ਦੇਸ਼ ਦੇ ਅੰਦਰ ਜਦੋਂ ਤੱਕ ਨਫ਼ਰਤੀ ਹਿੰਸਾ ਨੂੰ ਠੱਲ ਨਹੀਂ ਪਾਈ ਜਾਂਦੀ, ਜਦੋਂ ਤੱਕ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਸਿਧਾਂਤ ਬਖਸ਼ਿਆ ਮਾਨਵਤਾ ਦੇ ਭਲੇ ਲਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ, ਉਹ ਅਸੀਂ ਜਦੋਂ UNO ਦੇ ਵਿੱਚ ਉਸ ਨੂੰ ਰਿਕੋਗਨਾਈਜ਼ ਕੀਤਾ ਗਿਆ ਕਿ ਤੁਸੀਂ ਦੇਖੋ ਕਿ ਸਿੱਖ ਕੌਮ ਤੋਂ ਸੇਧ ਲਵੋ ਕਿ ਉਹ ਕਿਸ ਤਰੀਕੇ ਦੇ ਨਾਲ, ਇੱਥੇ ਆਪਾਂ ਪੰਜਾਬ ਦੀ ਮਿਸਾਲ ਦੇ ਦਈਏ, ਇੱਥੇ ਭਾਈਚਾਰਕ ਸਾਂਝ ਦੇ ਉੱਤੇ ਕਦੇ ਵੀ ਅਸਰ ਨਹੀਂ ਪਿਆ, ਕਦੇ ਦੰਗਾ ਫਸਾਦ ਨਹੀਂ ਹੋਇਆ।
ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਲੋਕ ਸਭਾ ਭਰੋਸੇ ਦੇ ਮਤ ਨੂੰ ਲੈ ਕੇ ਜੋ ਬਹਿਸ ਚੱਲ ਰਹੀ ਹੈ ਉਸ ਮੁੱਦੇ ਤੇ ਕਾਂਗਰਸ ਦੇ ਕਦਾਵਰ ਆਗੂ ਰਾਹੁਲ ਗਾਂਧੀ ਮੈਂਬਰੀ ਬਹਾਲੀ ਤੋਂ ਬਾਅਦ ਅੱਜ ਉਹਨਾਂ ਦਾ ਪਹਿਲਾ ਸੰਸਦ ਦੇ ਵਿੱਚ ਭਾਸ਼ਣ ਤੇ ਉਹ ਵੀ ਮਨੀਪੁਰ ਦੇ ਮੁੱਦੇ ਉੱਪਰ ਰਾਹੁਲ ਨੇ ਗੱਲ ਬੜੀ ਜ਼ੋਰ ਦੇ ਕੇ ਕਹੀ ਹੈ ਕਿ ਮਨੀਪੁਰ ਜਿਹੜੀ ਹਿੰਸਾ ਹੋਈ ਹੈ, ਜੋ ਔਰਤਾਂ ਦੀ ਬੇਪਤੀ ਹੋਈ ਹੈ, ਕਤਲੇਆਮ ਹੋਇਆ, ਇੱਕੋ ਉਹਨਾਂ ਨੇ ਲਫ਼ਜ਼ ਇਸ ਦੇ ਲਈ ਵਰਤਿਆ ਕਿ ਮਨੀਪੁਰ 'ਚ ਭਾਰਤ ਮਾਂ ਦੀ ਹੱਤਿਆ ਹੋਈ ਹੈ। ਇਸ ਟਿੱਪਣੀ ਨੂੰ ਲੈ ਕੇ ਸਦਨ 'ਚ ਜ਼ਬਰਦਸਤ ਹੰਗਾਮਾ, ਭਾਜਪਾ ਵੱਲੋਂ ਜਵਾਬੀ ਨਾਅਰੇਬਾਜ਼ੀ। ਰਾਹੁਲ ਗਾਂਧੀ ਆਪਣੇ ਮੁੱਦੇ ਤੇ ਕਾਇਮ ਰਹੇ। ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਇਹਨਾਂ ਮੁੱਦਿਆਂ ਤੇ ਚਰਚਾ ਕੀਤੀ ਹੈ ਕਿ ਕਿਸ ਕਦਰ ਜਿਹੜਾ ਹੈਗਾ ਮਨੀਪੁਰ ਦੇ ਵਿੱਚ ਭਾਰਤ ਨੂੰ ਰੋਂਦਿਆ ਗਿਆ, ਭਾਰਤ ਮਾਂ ਦੀ ਹੱਤਿਆ ਦੀ ਗੱਲ ਕੀਤੀ। ਕੇਵਲ ਇੰਨੀ ਗੱਲ ਨਹੀਂ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿਧਰੇ ਜਾ ਕੇ ਦੇਖੋ ਮਨੀਪੁਰ ਤੇ ਪੰਜਾਬ ਦੀਆਂ ਤਾਰਾਂ ਕਿਸ ਕਦਰ ਜੁੜੀਆਂ। ਪੰਜਾਬ ਦੇ ਅੱਜ ਬਸਪਾ ਤੇ ਕਿ ਹੋਰ ਘੱਟ ਗਿਣਤੀ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਇਸੇ ਮਾਮਲੇ ਤੇ ਇਸੇ ਮੁੱਦੇ ਨੂੰ ਲੈ ਕੇ। ਕਈ ਵਾਰ ਮੁੱਦਾ ਅਜਿਹਾ ਹੁੰਦਾ ਹੈ ਕਿਸ ਕਦਰ ਦੇਸ਼ ਦੀਆਂ ਰਾਸ਼ਟਰੀ ਧਿਰਾਂ ਦੀਆਂ ਚੂੜਾਂ ਹਿੱਲ ਜਾਂਦੀਆਂ। ਗੱਲ ਸੰਸਦ ਦੇ ਵਿੱਚ ਹੋ ਰਹੀ ਹੈ, ਚਾਹੇ ਦਿੱਲੀ ਸਭਾਵਾਂ ਬਿੱਲ ਦੀ ਗੱਲ ਹੋਵੇ, ਚਾਹੇ ਮਨੀਪੁਰ ਦੀ ਗੱਲ ਹੋਵੇ, ਤੇ ਸੇਕ ਕਿਤੇ ਜਾ ਕੇ ਕੇਜਰੀਵਾਲ ਸਰਕਾਰ ਨੂੰ ਵੀ ਲੱਗ ਰਿਹਾ। ਉਹਨਾਂ ਵੱਲੋਂ ਵੀ ਦਿੱਲੀ ਦਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਗਿਆ। ਇਹਨਾਂ ਸਾਰੇ ਮੁੱਦਿਆਂ ਤੇ ਨਜ਼ਰੀਆ ਵੱਖਰਾ ਵੱਖਰਾ ਹੋਣਾ ਸਾਡੇ ਮਹਿਮਾਨਾਂ ਦਾ ਸੁਭਾਵਿਕ ਹੈ, ਪਰ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਆਏ, ਆਓ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਬੁਲਾਰੇ ਜੈਬਾਨ ਜੀ ਬਣੇ ਹੋਏ ਆ। ਇਸੇ ਤਰੀਕੇ ਨਾਲ ਸਦਨ ਦੇ ਅੰਦਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ, ਉਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖੜਿਆਲ ਜੀ ਸਾਡੇ ਨਾਲ ਨੇ। ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਇਸੇ ਤਰੀਕੇ ਨਾਲ ਅੱਜ ਬੰਦ ਦੇ ਸੱਦੇ 'ਚ ਤੇ ਭਾਰਤ ਦੇ ਵਿੱਚ ਕਦਰ ਜਿਹੜਾ ਹੈ ਵਿਰੋਧੀ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਵੱਡੀ ਧਿਰ ਬਸਪਾ ਅਜੀਤ ਸਿੰਘ ਪੈਣੀ, ਉਹ ਬੁਲਾਰੇ ਸਾਡੇ ਨਾਲ ਨੇ। ਸਾਰੇ ਹੀ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਖੜਿਆਲ ਸਾਹਿਬ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗੇ ਹਾਂ। ਰਾਹੁਲ ਗਾਂਧੀ ਨੇ ਜਿਹੜੀ ਅੱਜ ਟਿੱਪਣੀ ਕੀਤੀ ਹੈ ਮਨੀਪੁਰ ਨੂੰ ਲੈ ਕੇ ਕਿ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਹ ਭਾਰਤ ਮਾਂ ਦੀ ਹੱਤਿਆ, ਦੂਜੇ ਪਾਸੇ ਜ਼ਬਰਦਸਤ ਵਿਰੋਧ, ਕੀ ਲੱਗਦਾ ਹੈ ਕਿ ਟਕਰਾਅ ਕਿਸ ਕਦਰ ਰਾਜਨੀਤੀ ਨੂੰ ਲੈ ਕੇ ਸਿਖਰ ਵੱਲ ਨੂੰ ਵੱਧ ਰਿਹਾ? ਸਿੱਧੂ ਸਾਹਿਬ, ਬੜੀ ਮੰਦਭਾਗੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕੰਪੈਲ ਕਰਨਾ ਪਿਆ, ਮਜਬੂਰ ਕਰਨਾ ਪਿਆ ਵੀ ਮਨੀਪੁਰ ਦੇ ਮਸਲੇ ਤੇ ਡਿਬੇਟ ਐਂਡ ਡਿਸਕਸ਼ਨ ਕਰੋ। ਇੰਨੇ ਇਨਸੀਡੈਂਟਸ ਹੋਣ ਦੇ ਬਾਵਜੂਦ 150 ਦੇ ਨੇੜੇ ਤੇੜੇ ਕਤਲ ਹੋਏ, 6500 ਦੇ ਨੇੜੇ ਪਰਚੇ ਹੋਏ, 60,000 ਦੇ ਨੇੜੇ ਲੋਕ ਰਿਲੀਫ ਕੈਂਪਸ ਦੇ ਵਿੱਚ ਹੈ ਜਿਨ੍ਹਾਂ ਨੇ ਆਪਦੇ ਘਰ ਗਵਾ ਲਏ, ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, 5,000 ਦੇ ਨੇੜੇ ਤੇੜੇ ਘਰ ਜਲਾਏ ਗਏ, ਰਾਖ ਕਰ ਦਿੱਤੇ ਗਏ, ਕਿੰਨੀਆਂ ਮਹਿਲਾਵਾਂ ਦੇ ਨਾਲ ਰੇਪ ਹੋਇਆ, ਅਸੌਲਟ ਹੋਇਆ, ਹੈਰੈਸਮੈਂਟ ਹੋਈ, ਮੋਲੈਸਟੇਸ਼ਨ ਹੋਈ, ਵਿਕਟਮਾਈਜੇਸ਼ਨ ਹੋਈ। ਉਹਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦੇਣਾ ਠੀਕ ਨਹੀਂ ਸਮਝਿਆ। ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸਿੱਧੂ ਸਾਹਿਬ, ਬੀਜੇਪੀ ਦੀ ਜ਼ਿੰਮੇਵਾਰੀ ਸੀ, ਸੈਂਟਰ ਸਰਕਾਰ ਇਹਨਾਂ ਦੀ, ਸਟੇਟ ਸਰਕਾਰ ਇਹਨਾਂ ਦੀ ਜ਼ਿੰਮੇਵਾਰੀ ਸੀ ਕਿ ਪਹਿਲੇ ਦਿਨ ਮੋਦੀ ਸਾਹਿਬ ਸਟੇਟਮੈਂਟ ਇਸ਼ੂ ਕਰਦੇ ਇਨ ਦ ਪਾਰਲੀਮੈਂਟ ਤੇ ਉਹ ਤੋਂ ਬਾਅਦ ਨਾਲ ਦੀ ਨਾਲ ਡਿਬੇਟ ਐਂਡ ਡਿਸਕਸ਼ਨ ਹੁੰਦੀ। ਲੇਕਿਨ ਨਹੀਂ, ਬੀਜੇਪੀ ਲਈ ਜ਼ਰੂਰੀ ਸੀ ਡੇਟਾ ਪ੍ਰੋਟੈਕਸ਼ਨ ਬਿੱਲ, ਬੀਜੇਪੀ ਲਈ ਜ਼ਰੂਰੀ ਸੀ ਸਿਨੇਮੈਟੋਗ੍ਰਾਫ ਅਮੈਂਡਮੈਂਟ ਬਿੱਲ, ਬੀਜੇਪੀ ਲਈ ਜ਼ਰੂਰੀ ਸੀ ਡੈਲੀ ਸਰਵਿਸਿਜ਼ ਬਿੱਲ, ਕਿਉਂਕਿ ਵੋਟ ਇਹਨਾਂ ਲਈ ਵਿਕਟਮਸ ਤੋਂ ਪਹਿਲਾਂ ਆਉਂਦੀ ਹੈ। ਜੋ ਮਰਜ਼ੀ ਹੋ ਜੇ ਸਿੱਧੂ ਸਾਹਿਬ, ਮੈਨੂੰ ਲੱਗਦਾ ਬੀਜੇਪੀ ਭੁੱਲ ਗਈ ਸਾਡਾ ਆਰਟੀਕਲ 21 ਫੰਡਾਮੈਂਟਲ ਰਾਈਟ ਸੰਵਿਧਾਨ ਦੇ ਵਿੱਚ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਜੈਵਨ ਸਾਹਿਬ, ਜੇ ਇੱਕ ਜਾਨ ਚਲੀ ਜਾਵੇ ਨਾ ਬਹੁਤ ਵੱਡਾ ਇਸ਼ੂ ਹੁੰਦਾ ਹੈ। ਇੱਥੇ ਤਾਂ ਇੰਨੀਆਂ ਜਾਨਾਂ ਗਈਆਂ, ਹਰਿਆਣੇ ਦੇ ਵਿੱਚ ਵੀ ਗਈਆਂ, ਉਹਦੇ ਬਾਵਜੂਦ ਤੁਸੀਂ ਉਹਨੂੰ ਪ੍ਰਾਇੋਰਟੀ ਨਹੀਂ ਬਣਾ ਸਕੇ। ਇੱਥੋਂ ਇੱਕ ਗੱਲ ਕਲੀਅਰ ਹੋ ਗਈ ਸਿੱਧੂ ਸਾਹਿਬ ਕਿ ਇਹ ਸਰਕਾਰ ਨਾ ਇਮੋਸ਼ਨਸ ਹੈ ਇਹਨਾਂ 'ਚ, ਨਾ ਇਹ ਸਰਕਾਰ ਦੇ ਵਿੱਚ ਕੋਈ ਸਿੰਪੈਥੀ ਹੈ, ਕੰਪੈਸ਼ਨ ਹੈ, ਤੇ ਨਾ ਹੀ ਕੋਈ ਐਂਪਥੀ ਆ ਉਹ ਪਰਿਵਾਰਾਂ ਨੂੰ ਲੈ ਕੇ ਜਿਨ੍ਹਾਂ ਨੇ ਆਪਦੇ ਬੱਚੇ, ਆਪਦੀਆਂ ਧੀਆਂ ਗਵਾਈਆਂ। ਰੱਬ ਉਹਨਾਂ ਦੀ
ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਤੇ ਨਾਲੇ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਬਣਨ ਦਾ ਬਲ ਬਖਸ਼ੇ, ਕਿਉਂਕਿ ਸਿੱਧੂ ਸਾਹਿਬ ਇੰਨੇ ਇਨਸੀਡੈਂਟਸ ਹੋ ਗਏ, ਤੁਸੀਂ ਦੇਖੋ ਸੁਪਰੀਮ ਕੋਰਟ ਤੱਕ ਨੂੰ ਫਟਕਾਰ ਲਾਉਣੀ ਪਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ। ਤੁਸੀਂ ਦੇਖੋ ਸੁਪਰੀਮ ਕੋਰਟ ਨੇ ਇਹਨਾਂ ਨੂੰ ਪੁਲ ਅਪ ਕੀਤਾ, ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੱਜ ਤੱਕ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੀ। ਸੋ ਲਾਸਟ ਪੁਆਇੰਟ ਹੈ ਜੀ, ਜੈਬੰਦ ਸਾਹਿਬ ਇੱਥੇ ਸਵਾਲ ਕਾਈਂਡਲੀ ਨੋਟ ਕਰ ਲੈਣ, ਕਿਉਂਕਿ ਬਹੁਤ ਸੰਜੀਦਾ ਇਸ਼ੂ ਹੈ, ਬਹੁਤ ਸੰਜੀਦਾ ਡਿਬੇਟ ਹੈ। ਜੈਬੰਦ ਸਾਹਿਬ, ਪਹਿਲਾ ਸਵਾਲ, ਪ੍ਰਧਾਨ ਮੰਤਰੀ ਮੋਦੀ ਸਾਹਿਬ ਮਨੀਪੁਰ ਦੇ ਵਿੱਚ ਕਿਉਂ ਨਹੀਂ ਗਏ? ਸਾਡਾ ਪਹਿਲਾ ਸਵਾਲ। ਤੁਹਾਡੀ ਸਰਕਾਰ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੀ ਮਨੀਪੁਰ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨਦੇ? ਬੀਜੇਪੀ ਰੂਲ ਸਟੇਟ ਨਹੀਂ ਹੈ? ਕੀ ਫਰਜ਼ ਨਹੀਂ ਹੈ ਪ੍ਰਧਾਨ ਮੰਤਰੀ ਦਾ ਜੇ ਏਡਾ ਇਨਸੀਡੈਂਟ ਹੋਵੇ ਉਹ ਤੇ ਸਟੇਟਮੈਂਟ ਇਸ਼ੂ ਕਰਨਾ? ਸੋ ਕਿਉਂ ਨਹੀਂ ਗਏ, ਨੰਬਰ 1। ਦੂਜਾ, ਮੋਦੀ ਸਾਹਿਬ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਬੋਲੇ ਕਿਉਂ ਨਹੀਂ? ਅੱਛਾ, ਸਿੱਧੂ ਸਾਹਿਬ ਬੋਲੇ ਤਾਂ ਰਾਜਸਥਾਨ ਬਾਰੇ ਬੋਲੇ, ਛੱਤੀਸਗੜ੍ਹ ਬਾਰੇ ਬੋਲੇ, ਆਪੋਜੀਸ਼ਨ ਯੂਨਿਟੀ ਬਾਰੇ ਬੋਲੇ। ਜੇ ਗਏ ਤਾਂ ਅਮਰੀਕਾ ਗਏ, ਇਜਿਪਟ ਗਏ, ਆਸਟ੍ਰੇਲੀਆ ਗਏ, ਰਾਜਸਥਾਨ ਗਏ ਤੇ ਲਾਲ ਡਾਇਰੀ ਦਾ ਜ਼ਿਕਰ ਕਰ ਲਿਆ, ਲਾਲ ਸਿਲੰਡਰ ਭੁੱਲ ਗਏ, ਲਾਲ ਖੂਨ ਭੁੱਲ ਗਏ ਜਿਹੜਾ ਮਨੀਪੁਰ ਤੇ ਹਰਿਆਣਾ ਡੁੱਲਿਆ ਹੈ, ਲਾਲ ਟਮਾਟਰ ਭੁੱਲ ਗਏ ਜਿਨ੍ਹਾਂ ਦੇ ਰੇਟ ਆਸਮਾਨ ਛੂ ਰਹੇ ਹੈ। ਦੂਜਾ ਸਵਾਲ ਹੋ ਗਿਆ, ਮੋਦੀ ਸਾਹਿਬ ਗਏ ਕਿਉਂ ਨਹੀਂ? ਮੋਦੀ ਸਾਹਿਬ ਦਾ ਬਿਆਨ ਕਿਉਂ ਨਹੀਂ ਆਇਆ? ਤੀਜਾ ਸਵਾਲ, ਚੀਫ ਮਿਨਿਸਟਰ ਮਨੀਪੁਰ ਨੂੰ ਸੈਕ ਕਿਉਂ ਨਹੀਂ ਕੀਤਾ ਗਿਆ, ਉਤਾਰਿਆ ਕਿਉਂ ਨਹੀਂ ਗਿਆ? ਕਿਉਂਕਿ ਉਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਹੋਣਾ ਜ਼ਰੂਰੀ ਹੈ। ਤੁਹਾਡਾ ਵੀ ਬਣਾ ਗਿਆ ਜੀ ਜੀ, ਪਹਿਲੇ ਦਿਨ ਤੋਂ ਡਿਬੇਟ ਡਿਸਕਸ਼ਨ ਕਿਉਂ ਨਹੀਂ ਸ਼ੁਰੂ ਕੀਤੀ? ਲੰਬਾ ਸਵਾਲ ਆ ਜਾਏਗਾ, ਆਪਾਂ ਇਸ ਮੁੱਦੇ ਤੇ ਜਵਾਬ ਲੈਣੇ, ਪਰ ਇੱਕ ਜਵਾਬ ਲੈਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸਵਾਲ ਆਇਆ ਮੈਂ, ਕਿਉਂਕਿ ਉਸ ਟਿੱਪਣੀ ਨੂੰ ਲੈ ਕੇ ਹੰਗਾਮਾ ਹੋਇਆ। ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲਫ਼ਜ਼ ਕਿਉਂ ਵਰਤੇ ਗਏ ਹੈ ਕਿ ਮਨੀਪੁਰ ਦੇ ਵਿੱਚ ਭਾਰਤ ਮਾਂ ਦੀ ਹੱਤਿਆ ਹੋਈ ਰਾਹੁਲ ਗਾਂਧੀ ਵੱਲੋਂ। ਭਾਰਤੀ ਜਨਤਾ ਪਾਰਟੀ ਦੇ ਡਾਇਵਰਜਨਰੀ ਟੈਕਟਿਕ ਹੈ ਸਿੱਧੂ ਸਾਹਿਬ। ਇਹ ਭਾਰਤੀ ਜਨਤਾ ਪਾਰਟੀ ਦੀ ਐਕਸਪਰਟੀਜ਼ ਹੈ ਕਿ ਲੋਕਾਂ ਦੇ, ਚਾਹੇ ਲੋਕਾਂ ਦੇ ਤਾਂ ਬੱਚੇ ਮਰ ਗਏ ਉੱਥੇ, ਲੋਕਾਂ ਦੇ ਤਾਂ ਘਰ ਉੱਜੜ ਗਏ, ਤੇ ਗੱਲਾਂ ਕੀ ਕਰ ਰਹੇ ਰਾਹੁਲ ਗਾਂਧੀ ਦੀਆਂ। ਮੈਂ ਤਾਂ ਇਹਨਾਂ ਨੂੰ ਅਪੀਲ ਕਰੂੰਗਾ ਵੀ ਲੋਕਾਂ ਨਾਲ ਇਹ ਸਭ ਕੁਝ ਹੋ ਰਿਹਾ ਹੈ, ਗੁਹਾਰ ਲਾ ਰਹੇ ਮਦਦ ਦੀ, ਇਨਸਾਫ ਦੀ, ਸੱਚਾਈ ਦੀ, ਵੀ ਲੋਕਾਂ ਨੂੰ, ਹਿੰਦੁਸਤਾਨ ਨੂੰ ਪਤਾ ਲੱਗੇ। ਸਿੱਧੂ ਸਾਹਿਬ ਜੇ ਉਹ ਵੀਡੀਓ ਬਾਹਰ ਨਾ ਹੁੰਦੀ ਤੇ 2 ਮਹੀਨੇ ਪੁਰਾਣਾ ਇਨਸੀਡੈਂਟ ਸੀਗਾ, 2 ਮਹੀਨੇ ਬਾਅਦ ਵਾਇਰਲ ਵੀਡੀਓ ਬਾਹਰ ਆਈ ਸੀ ਜਿੱਥੇ ਮਹਿਲਾਵਾਂ ਨੂੰ, ਸਾਡੀਆਂ ਭੈਣਾਂ ਨੂੰ ਪਰੇਡ ਕੀਤਾ ਜਾ ਰਿਹਾ ਸੀ ਨੇਕਡ, ਤੇ ਇਹ ਗੱਲਾਂ ਕੀ ਕਰ ਰਹੇ ਆ? ਆਪੋਜੀਸ਼ਨ ਲੀਡਰ ਨੇ ਆ ਕਿਹਾ ਜੀ, ਰਾਹੁਲ ਨੇ ਆ ਕਿਹਾ ਜੀ, ਆ ਵਿਅਕਤੀ ਨੇ ਆ ਕਿਹਾ ਜੀ। ਸੋ ਰਾਹੁਲ ਗਾਂਧੀ ਜੀ ਨੇ ਸਿਰਫ ਔਰ ਸਿਰਫ ਸਵਾਲ ਪੁੱਛੇ ਬੀਜੇਪੀ ਨੂੰ, ਤੁਹਾਨੂੰ ਜਿਹੜੇ ਸਵਾਲਾਂ ਦਾ ਸਵਾਲ ਪਾਰਲੀਮੈਂਟ ਚ ਪੁੱਛੇ ਨਾ ਉਹਦਾ ਜਵਾਬ, ਨਾ ਡਿਬੇਟ ਉਹਦਾ ਕੋਈ ਜਵਾਬ ਬੀਜੇਪੀ ਦਿੰਦੀ ਹੈ। ਇੱਧਰ ਉੱਧਰ ਦੀ ਗੱਲ ਕਰਕੇ ਧਿਆਨ ਹਟਾਉਣ ਦੀ ਮਿਹਰਬਾਨੀ ਤੁਹਾਡਾ ਵੀ ਬਣਾ ਗਿਆ। ਜੈਵੰਤ ਜੀ, ਇਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਵੱਡਾ ਮੁੱਦਾ ਕੌਮੀ ਪੱਧਰ ਤੇ ਪੂਰੇ ਦੇਸ਼ ਦੇ ਅੰਦਰ ਇਹ ਚਰਚਾ ਦਾ ਮੁੱਦਾ ਬਣਿਆ ਜਦੋਂ ਪਾਰਲੀਮੈਂਟ ਦੀ ਗੱਲ ਆਉਂਦੀ ਹੈ। ਕਾਂਗਰਸ ਵੱਲੋਂ ਜਿਹੜੇ ਸਵਾਲ ਉਠਾਏ ਗਏ ਹੈ, ਸਿੱਧੇ ਤੌਰ ਤੇ ਆਪਾਂ ਭਾਸ਼ਣ ਵੀ ਸੁਣਿਆ, ਸੰਸਦ ਦੀ ਕਾਰਵਾਈ ਵੀ ਦੇਖੀ ਹੈ, ਸੁਣੀ ਹੈ। ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਮਨੀਪੁਰ ਦੇ ਜਿਸ ਤਰੀਕੇ ਨਾਲ ਤਾਂਡਵ ਨਾਚ ਹੋਇਆ, ਹਿੰਸਾ ਹੋਈ ਹੈ, ਔਰਤਾਂ ਦੀ ਬੇਪਤੀ ਹੋਈ ਹੈ, ਉਹ ਕਹਿੰਦੇ ਕਿ ਭਾਰਤ ਮਾਂ ਦੀ ਹੱਤਿਆ ਹੋਈ ਹੈ ਮਨੀਪੁਰ 'ਚ। ਤੇ ਕਾਂਗਰਸ ਇਹ ਸਵਾਲ ਵੀ ਉਠਾ ਰਹੀ ਹੈ ਕਿ ਪ੍ਰਧਾਨ ਮੰਤਰੀ ਇੰਨਾ ਲੰਬਾ ਸਮਾਂ ਚੁੱਪ ਰਹੇ ਤੇ ਕਿਉਂ ਨਹੀਂ ਗਏ ਮਨੀਪੁਰ? ਜੈਬੰਦ ਜੀ। ਹਾਂਜੀ, ਥੈਂਕ ਯੂ ਸਿੱਧੂ ਸਾਹਿਬ। ਬੜਿਆ ਇੱਕ ਇਮੋਸ਼ਨਲ ਸਟੇਟਮੈਂਟ ਦਿੱਤੀ ਹੈ ਹਰਪ੍ਰੀਤ ਖਡਿਆਲ ਸਾਹਿਬ ਨੇ। ਹੁਣ ਤੁਸੀਂ ਮੈਨੂੰ ਥੋੜਾ ਜਿਹਾ ਅਨਇੰਟਰਪਟਡ ਟਾਈਮ ਦੇ ਦਿਓ ਹਰ ਇੱਕ ਚੀਜ਼ ਦੇ ਉੱਤੇ ਗੱਲ ਕਰਨ ਵਾਸਤੇ। ਸਭ ਤੋਂ ਪਹਿਲੇ I will speak more as a defense expert than a BJP person। ਦੋਵੇਂ ਪਾਸੋਂ ਮੈਂ ਬੋਲਾਂਗਾ। ਸਿੱਧੂ ਸਾਹਿਬ, ਅੱਜ ਤੋਂ 50 ਸਾਲ ਪਹਿਲੇ ਜਦੋਂ ਮੈਂ 15 ਸਾਲ ਦਾ ਸੀਗਾ, ਉਦੋਂ ਮੈਂ ਸਭ ਤੋਂ ਪਹਿਲੇ ਸੁਣਿਆ ਸੀਗਾ ਇੰਸਰਜੈਂਸੀ ਕੀ ਚੀਜ਼ ਹੁੰਦੀ ਹੈ, ਕਿਉਂਕਿ ਮੇਰੇ ਘਰ ਦੇ ਮੇਰੇ ਬ੍ਰਦਰ ਦੇ ਲੋ, ਮੇਰੇ ਭਰਾ ਜਿਹੜੇ ਨੇ ਨਾਗਾਲੈਂਡ 'ਚ ਇੰਸਰਜੈਂਸੀ ਲੜਦੇ ਸੀਗੇ। ਫਿਰ ਮੈਂ ਫੌਜ 'ਚ ਗਿਆ, ਮੈਂ J&K ਦੀ ਇੰਸਰਜੈਂਸੀ ਦੇਖੀ, ਮੈਂ ਪੰਜਾਬ ਦੀ ਇੰਸਰਜੈਂਸੀ ਦੇਖੀ, ਮੈਂ ਲੈਫਟ ਵਿੰਗ ਐਕਸਟ੍ਰੀਮਿਜ਼ਮ ਦੇਖੀ, ਮੈਂ ਸ਼੍ਰੀਲੰਕਾ ਗਿਆ, ਉਹਦੇ ਬਾਅਦ ਮੈਂ ਅਸਾਮ ਦੀ ਦੇਖੀ, ਉਲਫਾ ਦੀ। ਮਤਲਬ ਮੇਰੇ 30 ਸਾਲ ਨਿਕਲ ਗਏ ਇੰਸਰਜੈਂਸੀ ਦੇਖਦੇ ਹੋਏ। ਵਿਦ ਇਨ ਦੀ ਆਰਮੀ 'ਚ 15 ਸਾਲ ਮੇਰੇ ਨਿਕਲ ਗਏ ਆਊਟਸਾਈਡ ਦੀ ਆਰਮੀ। ਤੇ ਇਹ ਜਿਹੜੀ ਪੂਰੀ ਇੰਸਰਜੈਂਸੀ ਮੈਂ ਦੇਖੀ ਨਾ, ਇਹਦੇ ਵਿੱਚੋਂ 5 ਸਾਲ ਸਿਰਫ ਬੀਜੇਪੀ ਦੇ ਸੀਗੇ ਤੇ ਬਾਕੀ ਸਾਰੇ ਕਾਂਗਰਸ ਦੇ ਸੀਗੇ। ਆਲ ਦੀ ਇੰਸਰਜੈਂਸੀ ਜਿੰਨੀਆਂ ਕੁ ਮੈਂ ਦੇਖੀਆਂ ਨੇ, ਪੂਰੀ ਜ਼ਿੰਦਗੀ ਕੱਢ ਦਿੱਤੀ ਮੈਂ ਇਹਨਾਂ ਨੂੰ ਦੇਖਣ ਵਾਸਤੇ। ਇੰਸਰਜੈਂਸੀ, ਟੈਰਰਿਜ਼ਮ, ਇਹ ਸਾਰਾ ਕੁਝ ਜਿਹੜਾ ਹੈ ਕਾਂਗਰਸ ਦੇ ਟਾਈਮ ਦੇ ਉੱਤੇ ਸੀਗਾ। ਪਰ ਮੈਂ ਸਿੱਧੂ ਸਾਹਿਬ ਕਾਂਗਰਸ ਦੇ ਉੱਤੇ ਇਲਜ਼ਾਮ ਨਹੀਂ ਲਗਾ ਰਿਹਾ ਜੀ। ਮੈਂ ਸਿਰਫ ਇੰਨਾ ਕਹਿ ਰਿਹਾ ਕਿ ਜਿਹੜੀਆਂ ਐਸੇ ਡਿਸਰਪਸ਼ਨਸ ਹੁੰਦੀਆਂ ਨੇ, ਜਿਹੜੀਆਂ ਐਸੀਆਂ ਵਾਇਲੈਂਸ ਹੁੰਦੀ ਹੈ, ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਨੇ, ਇਮੋਸ਼ਨਸ ਹੁੰਦੀਆਂ ਨੇ, ਫੋਰਨ ਸਪਾਂਸਰਸ਼ਿਪ ਹੁੰਦੀ ਹੈ, ਕੁਝ ਜੈਨੂਇਨ ਗੱਲਾਂ ਹੁੰਦੀਆਂ ਨੇ,
ਕੁਝ ਸਟੇਟ ਦੀ ਗਲਤੀ ਹੁੰਦੀ ਹੈ, ਕੁਝ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਨੇ ਤੇ ਇਹ ਸਾਰਾ ਕੁਝ ਮਿਲ ਮਿਲਾ ਕੇ ਹੁੰਦਾ ਹੈ। ਤੇ ਮੇਰਾ ਇਹ ਮੰਨਣਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਸਕਸੈਸਿਵ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਨੂੰ ਮੈਂ ਦੇਖਿਆ, ਉਦੋਂ ਦੇਖਿਆ ਜਦੋਂ ਹਜੇ ਤੱਕ ਖਡਿਆਲ ਸਾਹਿਬ ਦੀ ਬਰਥ ਵੀ ਨਹੀਂ ਸੀ ਹੋਇਆ, ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਪੋਰਟ ਦਿੱਤਾ ਜਾਂਦਾ ਸੀ ਓਪੋਜੀਸ਼ਨ ਦੇ ਵੱਲ, ਕਿਉਂਕਿ ਇੱਕ ਨੈਸ਼ਨਲ ਇਸ਼ੂ ਹੁੰਦੇ ਨੇ। ਨੈਸ਼ਨਲ ਇਸ਼ੂ ਦੇ ਵਿੱਚ ਸਾਰਿਆਂ ਨੂੰ ਇਕੱਠੇ ਖੜੇ ਹੋਣਾ ਚਾਹੀਦਾ ਹੈ, ਕਿਉਂਕਿ ਅਗਰ ਸਾਰੇ ਇਕੱਠੇ ਨਹੀਂ ਖੜੇ ਹੁੰਦੇ ਤੇ ਜਿਹੜੇ ਉੱਥੇ ਐਂਟੀ ਸੋਸ਼ਲ ਤੇ ਐਂਟੀ ਨੈਸ਼ਨਲ ਐਲੀਮੈਂਟਸ ਜਿਹੜੇ ਇਹਨਾਂ ਚੀਜ਼ਾਂ ਨੂੰ ਟ੍ਰਿਗਰ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਥੋੜੀ ਉਹ ਮਿਲ ਜਾਂਦੀ ਹੈ, ਕੀ ਕਹਿੰਦੇ ਨੇ, ਸ਼ਹਿ ਮਿਲ ਜਾਂਦੀ ਹੈ, ਕੌਨਫੀਡੈਂਸ ਉਹਨਾਂ ਦੀ ਵੱਧ ਜਾਂਦੀ ਹੈ ਕਿ ਕੋਈ ਨਾ ਕੋਈ ਸਾਡੇ ਨਾਲ ਖੜਾ ਹੈ। ਉਹ ਮੇਰੀ ਤੇ ਇਹ ਉਮੀਦ ਸੀਗੀ ਕਿ ਜਦੋਂ ਇਹ ਡਿਸਰਪਸ਼ਨ ਹੋਈ ਹੈ ਮਨੀਪੁਰ ਦੇ ਵਿੱਚ ਤੇ ਪੂਰੀ ਓਪੋਜੀਸ਼ਨ ਸਾਡੇ ਨਾਲ ਖੜੀ ਹੋਏਗੀ ਗਵਰਨਮੈਂਟ ਦੇ ਨਾਲ ਤੇ ਕਹੇਗੀ ਗਵਰਨਮੈਂਟ ਨੂੰ ਕੋਈ ਪੋਜ਼ਿਟਿਵ ਸੁਜੈਸ਼ਨ ਦੇਗੀ, ਉੱਥੇ ਜਾਏਗੀ, ਇਮੋਸ਼ਨਸ ਨੂੰ ਐਸੋਏਟ ਕਰੇਗੀ, ਕੁਛ ਨਾ ਕੁਛ ਉੱਥੇ ਕਰੇਗੀ ਜਿਹਦੇ ਨਾਲ ਕਿ ਇਹ ਜਿਹੜੀ ਪ੍ਰੋਬਲਮ ਨੂੰ ਅਸੀਂ ਰਲ ਮਿਲ ਕੇ ਸੌਟ ਆਊਟ ਕਰੀਏ। ਪਰ ਪੂਰੀ ਦੀ ਪੂਰੀ ਓਪੋਜੀਸ਼ਨ ਨੇ ਇਹਨੂੰ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਉੱਤੇ ਇਹਨਾਂ ਨੇ ਇਹਨੂੰ ਇੱਕ ਮੁੱਦਾ ਬਣਾ ਲਿਆ 2024 ਇਲੈਕਸ਼ਨ ਦਾ ਗਵਰਨਮੈਂਟ ਨੂੰ ਘੇਰਨ ਦੇ ਵਾਸਤੇ। ਹੁਣ ਮੈਂ ਇਹਨਾਂ ਦੇ ਪੁਆਇੰਟ ਦੇ ਉੱਤੇ ਆਣਾ, ਜਿਹੜੀ ਗੱਲ ਕੀਤੀ ਸੀਗੀ ਨਾ, ਪਹਿਲੀ ਗੱਲ ਤੇ ਮੈਂ ਰਾਹੁਲ ਗਾਂਧੀ ਜੀ ਦੀ ਸਪੀਚ ਤੇ ਆ ਜਾਵਾਂ। ਉਹਨਾਂ ਨੇ ਜਿਹੜੀ ਮਤਲਬ ਸਪੀਚ ਸ਼ੁਰੂ ਕੀਤੀ ਅਡਾਨੀ ਦੇ ਨਾਲ, ਫਿਰ ਉਹਨਾਂ ਨੇ ਉਹ ਜਿਹੜਾ ਵਾਟਐਵਰ ਵਾਕਿੰਗ ਉਹਨਾਂ ਨੇ ਕੀਤੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਉਹਦੇ ਉੱਤੇ ਚਲੇ ਗਏ 10-15-20 ਮਿੰਟ ਤੇ ਉਹਨਾਂ ਨੇ ਉਸ ਚੀਜ਼ 'ਚ ਕੱਢ ਦਿੱਤੇ। ਮਤਲਬ ਇਹਦੇ ਨਾਲ ਸਿੱਧੂ ਸਾਹਿਬ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨੀ ਕੁ ਉਹਨਾਂ ਨੂੰ ਹਾਊ ਮਚ ਸੀਰੀਅਸਨੈਸ ਇਜ਼ देयर ਅਬਾਊਟ ਮਨੀਪੁਰ ਵਿਦ ਹਿਮ। ਹੀ ਵਾਸ ਪਲੇਇੰਗ ਟੂ ਦ ਗੈਲਰੀ। ਉਹ ਮਨੀਪੁਰ ਦੇ ਬਾਰੇ ਤੇ ਉਹਨਾਂ ਨੂੰ ਪਤਾ ਹੀ ਘੱਟ ਸੀਗਾ। ਹੀ ਡਸ ਨਾਟ ਨੋ ਐਨੀਥਿੰਗ ਅਬਾਊਟ ਮਨੀਪੁਰ। ਉਹ ਇਹਨਾਂ ਨੇ ਆਪਣਾ ਹੋਮਵਰਕ ਵੀ ਨਹੀਂ ਕੀਤਾ ਮਨੀਪੁਰ ਦੇ ਬਾਰੇ ਕਿ ਮਨੀਪੁਰ ਦੇ ਵਿੱਚ ਕੀ ਹੋਇਆ ਤੇ ਉਹਨੂੰ ਗਵਰਨਮੈਂਟ ਸਹੀ ਕਰਨ ਦੇ ਵਾਸਤੇ ਕੀ ਕਰ ਰਹੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ 7 ਦਿਨ ਉੱਥੇ ਜਾ ਕੇ ਰਹਿ ਕੇ ਆਏ ਨੇ ਸਾਡੇ ਅਮਿਤ ਸ਼ਾਹ ਜੀ। ਹਰ ਤੀਸਰੇ ਦਿਨ ਸਾਡੇ ਉੱਥੇ ਬੰਦੇ ਜਾਂਦੇ ਨੇ। ਉੱਥੇ ਕਿੰਨਾ ਚੰਗਾ ਕੰਮ ਆਰਮੀ ਕਰ ਰਹੀ ਹੈ, ਅਸਾਮ ਰਾਈਫਲ ਕਰ ਰਹੀ ਹੈ, ਸਾਰੇ ਲੱਗੇ ਹੋਏ ਨੇ। ਟਰੈਕ ਟੂ ਡਿਪਲੋਮੇਸੀ ਚੱਲ ਰਹੀ ਹੈ, ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਡੈਥਸ ਹੋਈਆਂ ਨੇ ਉਹ ਮਿਲਟਰੀ ਦੇ ਤੇ ਪੁਲਿਸ ਦੇ ਐਕਸ਼ਨ ਦੇ ਨਾਲ ਨਹੀਂ ਹੋਈਆਂ ਨੇ। ਇਟ ਇਜ਼ ਅ ਇੰਟਰ ਟ੍ਰਾਈਬਲ ਕੌਨਫਲਿਕਟ। ਇੱਕ ਐਸਾ ਕੌਨਫਲਿਕਟ ਹੈ ਜਿਹਨੂੰ ਕੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਵਰਨਮੈਂਟ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਇਮੋਸ਼ਨਲ ਲੈਵਲ ਦੇ ਉੱਤੇ, ਡਿਪਲੋਮੈਟਿਕ ਲੈਵਲ ਦੇ ਉੱਤੇ, ਮਿਲਟਰੀ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਲੈਵਲ ਦੇ ਉੱਤੇ। ਪਰ ਗਵਰਨਮੈਂਟ ਨੂੰ ਇਹ ਸਾਰੇ ਕੰਮ ਦੇ ਵਿੱਚ ਓਪੋਜੀਸ਼ਨ ਪਾਰਟੀਜ਼ ਦੇ ਵੱਲੋਂ ਗਦਰ ਕਰਨ ਦੇ ਇਲਾਵਾ ਹੋਰ ਕੋਈ ਸਪੋਰਟ ਨਹੀਂ ਮਿਲਿਆ। ਜਿਹੜੀ ਗੱਲ ਲਾਸਟ ਦੇ ਵਿੱਚ ਜਾ ਕੇ ਗੱਲ ਕੀਤੀ ਸੀਗੀ ਰਾਹੁਲ गांधी जी ने मणिपुर के बारे थोड़ी जी, आपने मणिपुर में भारत माँ की हत्या कर दी। देखो सिद्धू साहब, उथे that is not a situation of terrorism, it is not a situation of insurgency। उथे ट्राइबल कॉन्फ्लिक्ट चल रहा है, किसी वजह के नाल चल रहा है। वो वजह ਜਿਹੜੀ है वो गवर्नमेंट नहीं है, वो वजह हैगी है some kind of a decision which has been given by the high court। गवर्नमेंट ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। तो ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਟ ਇਜ਼ ਪਲੇਇੰਗ ਟੂ ਦ ਗੈਲਰੀ। ਜਿਹੜਾ ਜਵਨ ਜੀ ਬਿਲਕੁਲ ਤੁਸੀਂ ਬਿਲਕੁਲ ਸਿਚੁਏਸ਼ਨ ਨੂੰ ਆਪਣੇ ਢੰਗ ਨਾਲ ਬੜਾ ਐਕਸਪਲੇਨ ਕੀਤਾ, ਜਾਣਕਾਰੀ ਦਿੱਤੀ ਵੀ ਹੈ, ਤੁਹਾਡਾ ਬਣਦਾ ਵੀ ਸੀ ਕਿਉਂਕਿ ਸਵਾਲ ਤੁਹਾਡੇ ਵੱਲ ਆਇਆ ਹੈ। ਪਰ ਇੱਕ ਸਵਾਲ ਮੈਂ ਜ਼ਰੂਰ, ਕਿਉਂਕਿ ਬਾਰ-ਬਾਰ ਇਹ ਕਿਹਾ ਜਾ ਰਿਹਾ ਸਦਨ ਦੇ ਅੰਦਰ ਵੀ ਤੇ ਸਦਨ ਦੇ ਬਾਹਰ ਵੀ ਕਿ ਪ੍ਰਾਈਮ ਮਿਨਿਸਟਰ ਇੰਨੇ ਲੰਬੇ ਦਿਨ ਜਾਂ ਇੰਨਾ ਲੰਬਾ ਸਮਾਂ ਚੁੱਪ ਕਿਉਂ ਰਹੇ ਇਸ ਮੁੱਦੇ ਤੇ, ਗੱਲ ਤੱਕ ਨਹੀਂ ਕੀਤੀ। ਪ੍ਰਾਈਮ ਮਿਨਿਸਟਰ ਨੂੰ ਜਾਣਾ ਚਾਹੀਦਾ ਸੀ। ਇਹਦਾ ਬਹੁਤ ਚੰਗਾ ਜਵਾਬ ਹੈ ਜੀ। ਪ੍ਰਾਈਮ ਮਿਨਿਸਟਰ ਨੂੰ ਏਰੀਆ ਆਫ ਕਨਫਲਿਕਟ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਸਿੱਧੂ ਸਾਹਿਬ, ਇਹ ਕੋਈ ਪ੍ਰੋਟੋਕਾਲ ਨਹੀਂ ਹੈ। ਪ੍ਰਾਈਮ ਮਿਨਿਸਟਰ ਦੇ ਕੋਲ ਥਾਊਜ਼ੈਂਡਸ ਆਫ ਰਿਪਰੈਜ਼ੈਂਟੇਟਿਵਸ ਨੇ, ਉਹਨਾਂ ਦੇ ਕੋਲ ਪੁਲਿਸ ਹੈ, ਉਹਨਾਂ ਕੋਲ ਆਰਮੀ ਹੈ, ਉੱਥੇ ਆਰਮੀ ਚੀਫ ਗਿਆ ਹੈ, ਉੱਥੇ ਆਈਬੀ ਦਾ ਚੀਫ ਗਿਆ ਹੈ, ਉੱਥੇ ਹੋਮ ਮਿਨਿਸਟਰ ਗਿਆ ਹੈ, ਉੱਥੋਂ ਦੇ ਜਿਹੜੇ ਲੋਕਲ ਮਿਨਿਸਟਰਸ ਨੇ ਉਹ ਗਏ ਨੇ। ਐਵਰੀ ਡੇ ਲੋਕ ਜਾ ਰਹੇ ਨੇ। ਇੱਕ ਮਿੰਟ ਦੀ ਜਿਹੜੀ ਡਿਟੇਲ ਹੈਗੀ ਹੈ ਉਹ ਚਲੇ ਜਾਂਦੀ ਹੈ ਪ੍ਰਾਈਮ ਮਿਨਿਸਟਰ ਦੇ ਕੋਲ। ਜੈਵਾਨ ਜੀ ਬਿਲਕੁਲ, ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਉੱਥੇ ਇੰਸਰਜੈਂਸੀ ਟੈਰਰਿਜ਼ਮ ਏਡੀ ਜ਼ਿਆਦਾ ਚੱਲ ਰਹੀ ਸੀਗੀ ਕਸ਼ਮੀਰ ਦੇ ਵਿੱਚ, ਉਦੋਂ ਰਾਹੁਲ ਗਾਂਧੀ ਜੀ, ਰਾਜੀਵ ਗਾਂਧੀ ਜੀ ਕਿੰਨੀ ਵਾਰ ਗਏ ਸੀਗੇ ਕਸ਼ਮੀਰ 'ਚ? ਤੁਹਾਡਾ ਜਾਂ ਜਦੋਂ ਇੱਥੇ ਚੱਲ ਰਹੀ ਸੀਗੀ ਵੈਨ ਦੇयर ਵਾਸ ਸੋ ਮਚ ਆਫ ਟੈਰਰਿਜ਼ਮ ਆ ਗਿਆ ਜੈਵਾਨ ਜੀ, ਉਦੋਂ ਕਿੰਨੀ ਵਾਰੀ ਇੱਥੇ ਆਏ ਸੀਗੇ ਇੰਦਰਾ ਗਾਂਧੀ ਜੀ? ਜੀ ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਗੱਲਾਂ ਨੂੰ ਵਧਾ ਚੜਾ ਕੇ ਕਹਿ ਦੇਣਾ, ਕੋਈ ਪ੍ਰੋਟੋਕਾਲ ਹੁੰਦੇ ਨੇ, ਕੋਈ ਤਰੀਕੇ ਹੁੰਦੇ ਨੇ, ਕੋਈ ਸਿਸਟਮ ਹੁੰਦਾ ਹੈ ਕੰਮ ਕਰਨ ਦਾ। ਥੈਂਕ ਯੂ ਜੈਵਾਨ ਜੀ, ਤੁਹਾਡੀ ਗੱਲ ਆ ਗਈ, ਥੈਂਕ ਯੂ ਵੈਰੀ ਮਚ। ਆਪਾਂ ਫਿਰ ਆਵਾਂਗੇ ਇਸ ਮੁੱਦੇ ਤੇ ਸਵਾਲ ਹੈ ਕਿ ਤੁਹਾਡੇ ਔਰ ਬਾਕੀ ਮਹਿਮਾਨਾਂ ਦੇ ਵੀ ਮੈਂ ਕਮੈਂਟ ਲੈਣਾ ਚਾਹਾਂਗਾ। ਜੀ ਪੀਰ ਮੁਹੰਮਦ ਜੀ, ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ। ਦੇਖੋ ਮਨੀਪੁਰ ਦੀ ਗੱਲ ਤਾਂ ਹੈ ਹੀ ਹੈ, ਪੰਜਾਬ 'ਚ ਜਦੋਂ ਬੰਦ ਦੀ ਗੱਲ ਆਉਂਦੀ ਹੈ
ਕਿਧਰੇ ਇਹ ਵੀ ਗੱਲ ਆ ਰਹੀ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ, ਜਿਸ ਤਰ੍ਹਾਂ ਦੀ ਸਥਿਤੀ ਕੌਮੀ ਪੱਧਰ ਤੇ ਬਣੀ ਆ। ਤੁਸੀਂ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਹੋ, ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ? ਸਿੱਧੂ ਸਾਹਿਬ, ਗੱਲ ਇਹ ਆ ਕਿ ਦੇਸ਼ ਦੀ ਆਜ਼ਾਦੀ ਵਕਤ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਜਿਹੜੇ ਆਮ ਲੋਕ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਟਾਰਗੇਟ ਹੁੰਦੇ ਆਏ ਨੇ, ਤੇ ਉਸ ਦਾ ਫਾਇਦਾ ਜਿਹੜਾ ਹੈ ਰਾਜਨੀਤਿਕ ਪਾਰਟੀਆਂ ਆਪਣੇ ਹਿਸਾਬ ਨਾਲ ਉਸ ਦੇ ਬਾਰੇ ਆਪਣਾ ਵਿਚਾਰ ਪੇਸ਼ ਕਰਦੀਆਂ ਨੇ ਤੇ ਆਪਣੀ ਨੀਤੀ ਦਾ ਪ੍ਰਗਟਾਵਾ ਕਰਦੀਆਂ। ਤੁਸੀਂ ਦੇਖੋ, ਇਹ ਜਿਹੜਾ ਘਟਨਾਕ੍ਰਮ ਵਾਪਰਿਆ, ਤੇ ਜੇ ਆਪਾਂ 49 ਸਾਲ ਪਿੱਛੇ ਚਲੇ ਜਾਈਏ, ਨਵੰਬਰ 1984 ਸਿੱਖ ਨਸਲਕੁਸ਼ੀ ਦੀ ਗੱਲ ਕਰੀਏ, ਤਾਂ ਤੁਸੀਂ ਦੇਖੋ ਜਿਹੜੇ ਉਹਦੇ ਦੋਸ਼ੀ ਨੇ ਉਹ ਅੱਜ ਤੱਕ ਵੀ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ। ਆ ਪਿਛਲੇ ਦਿਨੀ ਜਿਹੜਾ ਜਗਦੀਸ਼ ਟਾਈਟਲਰ ਦਾ ਕੇਸ ਤੁਹਾਡੇ ਸਾਹਮਣੇ ਆਇਆ, ਤੇ ਜਗਦੀਸ਼ ਟਾਈਟਲਰ ਨੇ ਜਿਵੇਂ ਕਬੂਲਿਆ ਸਟਿੰਗ ਆਪਰੇਸ਼ਨ ਦੇ ਵਿੱਚ, ਤੇ ਜਿਸ ਤਰੀਕੇ ਦੇ ਨਾਲ ਉਸ ਨੇ ਕਤਲੇਆਮ ਦੀ ਅਗਵਾਈ ਕੀਤੀ ਉਸ ਵਕਤ ਸੱਜਣ ਕੁਮਾਰ ਨੇ, ਜਗਦੀਸ਼ ਟਾਈਟਲਰ ਨੇ, ਕਮਲਨਾਥ ਨੇ, ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜਿਹੜੀ ਕਾਂਗਰਸ ਹੈ ਉਹਨਾਂ ਨੂੰ ਸਰਪ੍ਰਸਤੀ ਦਿੰਦੀ ਆ ਰਹੀ ਹੈ। ਕੀ ਮਜਬੂਰੀ ਹੈ ਇਹ ਗਾਂਧੀ ਪਰਿਵਾਰ ਨੂੰ ਪਤਾ। ਪਰ ਦੂਸਰੇ ਪਾਸੇ ਬੀਜੇਪੀ ਜਿਹੜੀ ਹੈ, ਬੀਜੇਪੀ ਨੂੰ ਇੱਕ ਬਹਾਨਾ ਮਿਲ ਗਿਆ ਕਿ ਉਹ ਜਦੋਂ ਵੀ ਕੋਈ ਗੱਲ ਹੁੰਦੀ ਹੈ ਇਸ ਦੇਸ਼ ਦੇ ਅੰਦਰ, ਚਾਹੇ ਗੁਜਰਾਤ ਦੇ ਵਿੱਚ ਵਾਪਰੀ ਘਟਨਾ, ਚਾਹੇ ਮਣੀਪੁਰ ਦੇ ਵਿੱਚ ਹੁਣ ਵਾਪਰ ਰਹੀ ਹੈ, ਚਾਹੇ ਹੁਣ ਹਰਿਆਣਾ ਦੇ ਵਿੱਚ ਹੋਇਆ ਹੈ, ਤਾਂ ਇੱਕੋ ਗੱਲ ਕਹਿ ਰਹੇ ਆ ਕਿ ਤੁਸੀਂ ਦੇਖੋ ਜੀ 84 ਦਾ ਹਿਸਾਬ ਦਿਓ, ਤੁਸੀਂ 84 ਚ ਕੀ ਕੀਤਾ। ਸੋ ਇਹ ਕੰਪੀਟੀਸ਼ਨ ਜਿਹੜਾ ਚੱਲ ਰਿਹਾ, ਇਹਦੇ ਵਿੱਚ ਆਮ ਲੋਕ ਜਿਹੜੇ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਇਸ ਦੇਸ਼ ਦੇ ਅੰਦਰ ਜਦੋਂ ਕਾਨੂੰਨ ਏਕੇ, ਫਿਰ ਉਹਦੀ ਪਰਿਭਾਸ਼ਾ ਕਿਉਂ ਬਦਲ ਦਿੱਤੀ ਜਾਂਦੀ ਹੈ? ਉਸ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਜਦੋਂ ਕੋਈ ਆਮ ਮਨੁੱਖ ਕੋਈ ਵੀ ਕ੍ਰਾਈਮ ਕਰਦਾ ਹੈ, ਕੋਈ ਕਿਸੇ ਤਰੀਕੇ ਦੇ ਨਾਲ ਕੋਈ ਉਹਦੇ ਤੇ ਦੋਸ਼ ਲੱਗਦਾ ਹੈ, ਤਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ, ਜਾਂਚ ਏਜੰਸੀਆਂ ਨੇ, ਜਾਂ ਜਿਹੜੀਆਂ ਸਾਡੀਆਂ ਫੋਰਸਾਂ ਨੇ, ਉਹ ਕਿਵੇਂ ਐਕਟ ਕਰਦੀਆਂ ਨੇ। ਪਰ ਜਦੋਂ ਇਸ ਤਰ੍ਹਾਂ ਦਾ ਸਮੂਹਕ ਤੌਰ ਦੇ ਉੱਤੇ ਕੋਈ ਯੋਜਨਾਬੰਦ ਢੰਗ ਦੇ ਨਾਲ ਕਤਲੇਆਮ ਕੀਤਾ ਜਾਂਦਾ ਹੈ, ਤੇ ਜਿਹੜੇ ਲੋਕ ਭੜਕਾਉਂਦੇ ਨੇ, ਉਹ ਮਨੂ ਹੋਵੇ ਜਾਂ ਕੋਈ ਵੀ ਜਿਹੜੇ ਹੋਰ ਹੋਣ, ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਟੀਵੀ ਚੈਨਲਾਂ ਦੇ ਉੱਤੇ, ਉਹਨਾਂ ਦੇ ਉੱਤੇ ਡਿਬੇਟਾਂ ਵੀ ਹੋ ਰਹੀਆਂ ਨੇ, ਸਾਰੀ ਗੱਲ ਹੋ ਰਹੀ ਹੈ, ਪਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਹੁਣ ਤੁਸੀਂ ਸਵਾਲ ਕਰ ਰਹੇ ਹੋ ਬੰਦ ਦਾ ਜਾਂ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦਾ। ਮੈਂ ਕਹਿੰਦਾ ਜੀ ਜਿੰਨੇ ਮਰਜ਼ੀ ਭਾਸ਼ਣ ਹੋ ਜਾਣ, ਜਿੰਨੇ ਮਰਜ਼ੀ ਬਿਆਨ ਆ ਜਾਣ, ਜਿਨ੍ਹਾਂ ਦੀ ਜਾਨ ਚਲੀ ਗਈ, ਜਿਨ੍ਹਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਗਿਆ, ਕਿ ਉਹ ਭਰਪਾਈ ਹੋ ਸਕੇਗੀ? ਸੋ ਇਸ ਦੇਸ਼ ਦੇ ਅੰਦਰ ਜਦੋਂ ਤੱਕ ਨਫ਼ਰਤੀ ਹਿੰਸਾ ਨੂੰ ਠੱਲ ਨਹੀਂ ਪਾਈ ਜਾਂਦੀ, ਜਦੋਂ ਤੱਕ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਸਿਧਾਂਤ ਬਖਸ਼ਿਆ ਮਾਨਵਤਾ ਦੇ ਭਲੇ ਲਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ, ਉਹ ਅਸੀਂ ਜਦੋਂ UNO ਦੇ ਵਿੱਚ ਉਸ ਨੂੰ ਰਿਕੋਗਨਾਈਜ਼ ਕੀਤਾ ਗਿਆ ਕਿ ਤੁਸੀਂ ਦੇਖੋ ਕਿ ਸਿੱਖ ਕੌਮ ਤੋਂ ਸੇਧ ਲਵੋ ਕਿ ਉਹ ਕਿਸ ਤਰੀਕੇ ਦੇ ਨਾਲ, ਇੱਥੇ ਆਪਾਂ ਪੰਜਾਬ ਦੀ ਮਿਸਾਲ ਦੇ ਦਈਏ, ਇੱਥੇ ਭਾਈਚਾਰਕ ਸਾਂਝ ਦੇ ਉੱਤੇ ਕਦੇ ਵੀ ਅਸਰ ਨਹੀਂ ਪਿਆ, ਕਦੇ ਦੰਗਾ ਫਸਾਦ ਨਹੀਂ ਹੋਇਆ, ਕਦੀ ਕਿਸੇ ਨੂੰ ਇੱਥੇ ਮਿਲੀਟੈਂਸੀ ਜਿਹਨੂੰ ਇਹ ਜਿਹੜੇ ਆਪਣੀ ਆਪਣੀ ਪਰਿਭਾਸ਼ਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਉਹਨੂੰ ਅਸੀਂ ਸਰਕਾਰੀ ਅੱਤਵਾਦ ਵੀ ਕਹਿੰਦੇ ਆ। ਸੋ ਉਹ ਜਿਹੜਾ ਚੀਜ਼ ਸੀ ਉਸ ਸਮੇਂ ਦੇ ਦਰਮਿਆਨ ਵੀ, ਚਾਹੇ ਇੱਥੇ ਮੁਸਲਮਾਨ ਭਾਈਚਾਰਾ ਮਲੇਰਕੋਟਲੇ 'ਚ ਬੈਠਾ, ਕਾਦੀਆਂ ਦੇ ਵਿੱਚ ਬੈਠਾ, ਇੱਥੇ ਕਦੇ ਵੀ ਕੋਈ ਹਿੰਸਾ ਨਹੀਂ ਹੋਈ, ਕਿਸੇ ਵੀ ਭਾਈਚਾਰੇ ਨੇ ਦੂਜੇ ਭਾਈਚਾਰੇ ਦੇ ਉੱਤੇ ਹਮਲਾ ਨਹੀਂ ਕੀਤਾ। ਅੱਜ ਵੀ ਕੋਈ ਵੀ ਗੱਲ ਹੁੰਦੀ ਹੈ, ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਹਿੰਦੂ ਆਗੂ, ਕੁਝ ਸਿੱਖ ਆਗੂ, ਕੁਝ ਦੂਸਰੇ ਜਿਹੜੇ ਆਪਣੇ ਸੋ ਕਾਲਡ ਬੰਦੇ ਇਸ ਤਰ੍ਹਾਂ ਦੇ ਆ ਜਾਂਦੇ ਆ, ਜਿਹੜੇ ਕਿ ਇੰਜ ਮਹਿਸੂਸ ਕਰਾਉਂਦੇ ਕਿ ਅਸੀਂ ਪੂਰੀ ਕੌਮ ਦੀ ਅਗਵਾਈ ਕਰ ਰਹੇ ਆ, ਤੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਧਰਮਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਫਿਰ ਵੀ ਉਸ ਦੇ ਬਾਵਜੂਦ ਕਦੀ ਵੀ ਸਮੂਹਕ ਤੌਰ ਦੇ ਉੱਤੇ ਕੋਈ ਇੱਥੇ ਦੰਗਾ ਫਸਾਦ ਨਹੀਂ ਹੋਇਆ। ਤੇ ਮਣੀਪੁਰ ਦੇ ਵਿੱਚ ਜਾਂ ਜੋ ਹਰਿਆਣੇ ਦੇ ਨੂਹ ਦੇ ਵਿੱਚ ਹੋਇਆ ਹੈ, ਇੱਕ ਯੋਜਨਾਬੰਦ ਢੰਗ ਦੇ ਨਾਲ ਪੋਲਰਾਈਜ਼ ਕੀਤਾ ਜਾ ਰਿਹਾ ਵੋਟ ਬੈਂਕ ਨੂੰ, ਤੇ ਇਹ 24 ਨੂੰ ਵੇਖ ਕੇ ਸਭ ਕੁਝ ਹੋ ਰਿਹਾ। ਓਕੇ, ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਜੀ ਬਣੇ ਰਹੋ, ਆਪਾਂ ਇਸ ਮੁੱਦੇ ਤੇ ਵਾਪਸ ਆਉਨੇ ਆ। ਖਡਿਆਲ ਸਾਹਿਬ ਇਸ ਮਾਮਲੇ ਤੇ ਗੱਲ ਕੀਤੀ ਹੈ, ਜਿੱਦਾਂ ਪੀਰ ਮੁਹੰਮਦ ਜੀ ਨੇ ਕਿਹਾ ਹੈ, ਇਸੇ ਤਰੀਕੇ ਨਾਲ ਜੈਵੰਤ ਜੀ ਦਾ ਕਹਿਣਾ ਕਿ ਕਾਂਗਰਸ ਜਿਹੜੀ ਹੈਗੀ ਹੈ ਉਹਨਾਂ ਮੁੱਦਿਆਂ ਨੂੰ ਜਾਣਬੁੱਝ ਕੇ 24 ਦੀਆਂ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਨਾਂ ਦੇ ਮੱਦੇਨਜ਼ਰ ਗਲਤ ਰੰਗਤ ਨਾਲ ਪੇਸ਼ ਕਰ ਰਹੀ ਹੈ ਸਾਰੀ ਸਥਿਤੀ ਨੂੰ। ਜਦੋਂ ਕਾਂਗਰਸ ਸੱਤਾ ਸੀ ਤਾਂ ਉਦੋਂ ਕਿੰਨੀ ਕੁ ਜ਼ਿੰਮੇਵਾਰੀ ਨਿਭਾਉਂਦੀ ਰਹੀ ਹੈ ਇੱਦਾਂ ਦੇ ਮੁੱਦਿਆਂ ਨੂੰ ਲੈ ਕੇ? ਸਿੱਧੂ ਸਾਹਿਬ, ਜਦੋਂ ਭਾਰਤੀ ਜਨਤਾ ਪਾਰਟੀ ਮਣੀਪੁਰ ਦਾ ਇਸ਼ੂ ਇਗਨੋਰ ਕਰਦੀ ਹੈ,
ਹੋਰ ਸੂਬਿਆਂ ਦੀ, ਹੋਰ ਇਨਸੀਡੈਂਟਸ ਦੀ ਗੱਲ ਕਰਦੀ ਹੈ, ਜ਼ਿਕਰ ਕਰਦੀ ਹੈ, ਇਹ ਉਹ ਪਰਿਵਾਰਾਂ ਨੂੰ ਅੰਡਰਮਾਈਨ ਕਰ ਰਹੀ ਹੈ। ਉਹ ਪਰਿਵਾਰਾਂ ਨਾਲ ਜ਼ਾਤੀ ਹੈ ਕਿ ਭਾਰਤੀ ਜਨਤਾ ਪਾਰਟੀ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੂੰ ਤੇ ਉਹਨਾਂ ਦੇ ਆਪਣਾ ਇਸ਼ੂਜ਼ ਨੂੰ ਪ੍ਰਾਇੋਰਟੀ ਨਹੀਂ ਬਣਾਉਣਾ ਚਾਹ ਰਹੀ। ਸਿੱਧੂ ਸਾਹਿਬ, ਦਿੱਕਤ ਇੱਥੇ ਹੈ ਕਿ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਰਾਜਨੀਤੀਕਰਨ, ਪੋਲੀਟੀਸਾਈਜੇਸ਼ਨ। ਮੋਦੀ ਸਾਹਿਬ ਨੂੰ ਵੀ ਜਦੋਂ ਪੁੱਛਿਆ, ਆਪਣਾ ਮੋਦੀ ਸਾਹਿਬ ਨੇ 35 ਸੈਕਿੰਡ ਦਿੱਤੇ 77 ਦਿਨਾਂ ਦੇ ਡਿਲੇ ਤੋਂ ਬਾਅਦ, 1800 ਘੰਟੇ ਦੀ ਚੁੱਪੀ ਤੋਂ ਬਾਅਦ, ਤੇ ਜਦੋਂ ਮਹਿਜ਼ 35 ਸੈਕਿੰਡ ਦਿੱਤੇ ਤੇ ਉਹਦੇ ਵਿੱਚ ਵੀ ਰਾਜਸਥਾਨ ਤੇ ਛੱਤੀਸਗੜ੍ਹ ਦਾ ਜ਼ਿਕਰ ਕਰ ਲਿਆ। ਅੱਜ ਜੈਵੰਤ ਸਾਹਿਬ ਨੇ ਇਨਸਰਜੈਂਸੀ ਦਾ ਜ਼ਿਕਰ ਕੀਤਾ, ਮੁਹੰਮਦ ਸਾਹਿਬ ਨੇ 84 ਦਾ ਜ਼ਿਕਰ ਕੀਤਾ। ਮੈਂ ਇਹਨਾਂ ਨੂੰ ਇੱਕ ਅਪੀਲ ਕਰੂੰਗਾ ਕਿ ਜੇ ਤਾਂ ਪੁਰਾਣੀਆਂ ਗੱਲਾਂ, ਹੋਰ ਥਾਵਾਂ ਦੀਆਂ ਗੱਲਾਂ ਕਰਕੇ ਮਨੀਪੁਰ ਦਾ ਕੋਈ ਸਮਾਧਾਨ ਨਿਕਲਦਾ ਹੈ, ਸੋਲੂਸ਼ਨ ਨਿਕਲਦਾ ਹੈ, ਤੇ ਤਾਂ ਕਰ ਲਓ, ਤੇ ਜੇ ਨਹੀਂ ਨਿਕਲਦਾ ਤੇ ਲੋਕਾਂ ਨੂੰ ਜਿਹੜਾ ਬਣਦਾ ਇਨਸਾਫ ਹੈ ਮਨੀਪੁਰਦਿਆਂ ਨੂੰ ਦੇਣਾ ਸ਼ੁਰੂ ਕਰੋ, ਐਕਸ਼ਨ ਲੈਣਾ ਸ਼ੁਰੂ ਕਰੋ। ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਰਾਜਨੀਤੀਕਰਨ ਨਾ ਕਰੋ, ਕਿਉਂਕਿ ਲੋਕ ਇਹ ਦੇਖ ਰਹੇ ਹੈ ਕਿ ਮਨੀਪੁਰ ਦਾ ਟੌਪਿਕ ਅੱਜ ਦਾ, ਰਾਹੁਲ ਗਾਂਧੀ ਜੀ ਨੇ ਮਨੀਪੁਰ ਤੇ ਬਿਆਨ ਦਿੱਤਾ ਹੈ, ਇਹਨਾਂ ਦੇ ਲੀਡਰਸ ਨੇ ਮਨੀਪੁਰ ਤੇ ਬਿਆਨ ਦਿੱਤਾ, ਫਿਰ ਇਹ ਹੋਰ ਪਾਸੇ ਕੋ ਜਾ ਰਹੇ। ਦੂਜਾ, ਮਨੀਪੁਰ ਕਰਕੇ ਨੋ ਕੌਨਫੀਡੈਂਸ ਮੋਸ਼ਨ ਐਕਸੈਪਟ ਹੋਇਆ, ਫਿਰ ਕਿਉਂ ਹੋਰ ਪਾਸੇ ਜਾ ਰਹੇ ਹੈ। ਮਨੀਪੁਰ ਦੇ ਵਿੱਚ ਮਨੀਪੁਰ ਦੇ ਵਿੱਚ ਜਦੋਂ ਇਨਸੀਡੈਂਟਸ ਇਹਨੇ ਹੋਏ, ਰਾਹੁਲ ਗਾਂਧੀ ਨੂੰ ਤਾਂ ਪਤਾ ਹੀ ਨਹੀਂ ਮਨੀਪੁਰ ਦਾ ਉੱਥੇ ਹੋਇਆ ਕੀ। ਮੈਂ ਕਹਿੰਦਾ ਜੀ ਇਹਨਾਂ ਦੇ ਕਹਿਣਾ ਕੀ ਹੁੰਦਾ ਹੈ। ਭਾਰਤੀ ਜਨਤਾ ਪਾਰਟੀ ਤਾਂ ਇਹ ਵੀ ਕਹਿੰਦੀ ਸੀਗੀ ਕਿ ਮਨੀਪੁਰ ਦੇ ਵਿੱਚ ਹੋਇਆ ਹੀ ਕੁਝ ਨਹੀਂ ਹੈ ਜੀ, ਸਾਰਾ ਕੁਝ ਅੰਡਰ ਕੰਟਰੋਲ ਆ ਗਿਆ ਜੀ, ਸਾਰਾ ਲਾਅ ਐਂਡ ਆਰਡਰ ਬੜਾ ਸਟੇਬਲ ਹੈ ਜੀ, ਕੋਈ ਦਿੱਕਤ ਨਹੀਂ ਹੈ ਜੀ। ਤੇ ਉਹ ਤੋਂ ਬਾਅਦ ਸਾਰਿਆਂ ਨੇ ਦੇਖਿਆ ਕਿ ਕਿੰਨਾ ਕੁਛ ਬਾਹਰ ਆਇਆ ਤੇ ਕਿੰਨਾ ਐਕਸ਼ਨ ਬੀਜੇਪੀ ਨੇ ਲਿਆ ਤੇ ਕਿੰਨਾ ਨਹੀਂ ਲਿਆ। ਤੇ ਤਾਂ ਕਰਕੇ ਮੈਂ ਕਹਿ ਰਿਹਾ ਕਿ ਸੀਐਮ ਨੂੰ ਸੈਕ ਕਰ ਦੇਣਾ ਚਾਹੀਦਾ ਸੀਗਾ ਜੇ ਲਾਅ ਐਂਡ ਆਰਡਰ नहीं मेंटेन कर सके। जयबंत साहब कहते मैं एज डिफेंस एक्सपर्ट भी बोलूंगा, बहुत अच्छी गल है जयबंत साहब, एज डिफेंस एक्सपर्ट ही दस दो, बीजेपी बतौर बीजेपी स्पोक्स पर्सन का नहीं तुसी कह सकोगे कि मोदी साहब का फर्ज नहीं बनता सीगा कि पार्लीमेंट दे विच इस मुद्दे ते एक बयान दिंदे ताकि वो परिवारां नूं थोड़ा बहुत एक हीलिंग टच मिलदा। उन्हां नूं ऐ तां लगदा भी साडा प्रधान मंत्री साडे बारे सोचदा है, बोल तां दिंदे नहीं जाना, चलो तुसी होर थावां ते जाना है ਤੇ ਉਹ ਜ਼ਰੂਰੀ ਹੈ ਅਮਰੀਕਾ ਜਾਣਾ, ਹੋਰ ਥਾਵਾਂ ਤੇ ਜਾਣਾ, ਲੇਕਿਨ ਇਹ ਤਾਂ ਤੁਹਾਡਾ ਆਪਦਾ ਸੂਬਾ ਹੈ, ਤੁਹਾਡਾ ਆਪਦਾ ਦੇਸ਼ ਹੈ, ਤੁਹਾਡੇ ਆਪਦੇ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ, ਤੁਹਾਡੀ ਸਰਕਾਰ ਨੂੰ ਵੋਟਾਂ ਪਾਈਆਂ, ਤੇ ਜਦੋਂ ਉਹਨਾਂ ਦੀ ਮਦਦ ਕਰਨ ਦੀ ਵਾਰੀ ਆਈ ਉਹਨਾਂ ਦੇ ਨਾਲ ਜ਼ਾਤੀਆਂ ਹੋਈਆਂ, ਧੱਕੇ ਹੋਏ, ਮਾਰਿਆ ਗਿਆ, ਕੁੱਟਿਆ ਗਿਆ, ਕੀ ਹੋਇਆ, ਤੇ ਤੁਸੀਂ ਮੂੰਹ ਫੇਰ ਲਿਆ ਉਹਨਾਂ ਤੋਂ। ਸਿੱਧੂ ਸਾਹਿਬ, ਜ਼ਰੂਰੀ ਗੱਲ ਪਤਾ ਕੀ ਹੈ ਕਿ ਇਹ ਤਾਂ ਨਹੀਂ ਗਏ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪਤਾ ਸੀ ਕਿ ਅਸੀਂ ਹੋ ਗਏ ਐਕਸਪੋਜ਼, ਜੇ ਉੱਥੇ ਜਾਵਾਂਗੇ ਤਾਂ ਹੋਰ ਹੈਡਲਾਈਨਸ ਬਣਨਗੀਆਂ ਤੇ ਸੱਚਾਈ ਹੋਰ ਬਾਹਰ ਆਊਗੀ, ਵੱਡੇ ਲੈਵਲ ਤੇ ਬਾਹਰ ਆਊਗੀ, ਤਾਂ ਕਰਕੇ ਜਾਣਾ ਠੀਕ ਨਹੀਂ ਸਮਝਿਆ। ਉਹ ਲੋਕਤੰਤਰ ਦਾ ਕਤਲ ਸੀਗਾ, ਡੰਡਾ ਤੰਤਰ ਬਣਾਇਆ ਗਿਆ ਲੋਕਤੰਤਰ ਨੂੰ। ਤੇ ਬੀਜੇਪੀ ਨੂੰ ਮੈਂ ਇੱਕ ਹੋਰ ਗੱਲ ਕਹੂੰਗਾ ਸਿੱਧੂ ਸਾਹਿਬ ਕਿ ਰਾਹੁਲ ਗਾਂਧੀ ਜੀ ਅੱਜ ਬੋਲੇ 15 ਮਿੰਟ 42 ਸੈਕਿੰਡ, ਆ ਸਵਾਲ ਲਿਖ ਲਿਆ ਜੈਬੰਤ ਸਾਹਿਬ, 15 ਮਿੰਟ 42 ਸੈਕਿੰਡ ਬੋਲਣ ਤੋਂ ਬਾਅਦ ਰਾਹੁਲ ਜੀ ਨੂੰ ਸੰਸਦ ਟੀਵੀ ਤੇ ਜਿਹੜੇ ਕੈਮਰੇ ਦਿਖਾਉਂਦੇ ਆ ਨਾ, ਮੋਨੀਟਰਿੰਗ ਕਰਦੇ ਆ, ਸੁਪਰਵੀ ਸਾਰਾ ਪਬਲਿਸ਼ਿੰਗ ਹੁੰਦੀ ਹੈ, ਉਹ ਸੰਸਦ ਟੀਵੀ ਤੇ 4 ਮਿੰਟ ਤੇ ਸਿਰਫ ਔਰ ਸਿਰਫ 34 ਸੈਕਿੰਡ ਲਈ ਰਾਹੁਲ ਜੀ ਨੂੰ ਦਿਖਾਇਆ। ਯਾਨੀ ਕਿ ਸਿੱਧੂ ਸਾਹਿਬ 15 ਮਿੰਟ 42 ਸੈਕਿੰਡ ਬੋਲੇ, 4 ਮਿੰਟ 34 ਸੈਕਿੰਡ ਦਿਖਾਇਆ ਗਿਆ। 71% ਟਾਈਮ ਰਾਹੁਲ ਜੀ ਦਾ, 71% ਟਾਈਮ ਵੀਡੀਓ 'ਚ ਦਿਖਾਇਆ ਹੀ ਨਹੀਂ ਹੈ। ਉਹ ਜਦੋਂ ਬੋਲ ਰਹੇ ਸੀਗੇ ਤੇ ਸਪੀਕਰ ਸਾਹਿਬ ਵੱਲ ਕੈਮਰਾ ਕਰ ਰੱਖਿਆ ਸੀਗਾ। ਇਹ ਬੀਜੇਪੀ ਕਰਦੀ ਹੈ। ਮੋਦੀ ਸਾਹਿਬ ਬੋਲਣਾ ਨਹੀਂ ਚਾਹੁੰਦੇ ਜੇ, ਅੱਛਾ ਬਾ ਲਾਸਟ ਹੈ ਜੀ, ਲਾਸਟ 10 ਸੈਕਿੰਡ ਹੈ, ਮੋਦੀ ਸਾਹਿਬ ਬੋਲਣਾ ਨਹੀਂ ਚਾਹੁੰਦੇ, ਜੇ ਰਾਹੁਲ ਜੀ ਬੋਲ ਰਹੇ ਹੈ ਉਹਨਾਂ ਨੂੰ ਇਹ ਦਿਖਾਉਣਾ ਨਹੀਂ ਚਾਹੁੰਦੇ ਤਾਂ ਕਿ ਇਹ ਸੱਚਾਈ ਬਾਹਰ ਨਾ ਆਵੇ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ, ਤਾਂ ਕਿ ਇਨਸਾਫ ਦੇਣਾ ਨਾ ਪਵੇ। ਲਾਸਟ ਚੀਜ਼ ਮੈਂ ਇਹੀ ਗੱਲ ਕਹੂੰਗਾ, ਜੈਬੰਤ ਸਾਹਿਬ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਐਜ਼ ਡਿਫੈਂਸ ਐਕਸਪਰਟ ਤੁਹਾਡਾ ਨਹੀਂ ਇਹ ਓਪੀਨੀਅਨ ਹੈਗਾ ਕਿ ਸੀਐਮ ਨੂੰ ਸੈਕ ਹੋ ਜਾਣਾ ਚਾਹੀਦਾ ਹੈ, ਕਿ ਮੋਦੀ ਸਾਹਿਬ ਨੂੰ ਨਹੀਂ ਉੱਥੇ ਬੋਲਣਾ ਚਾਹੀਦਾ ਸੀ ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਪ੍ਰੋਟੋਕਾਲ ਦੀ, ਕਹਿੰਦੇ ਕਨਫਲਿਕਟ ਏਰੀਆ ਆਫ ਕਨਫਲਿਕਟ ਦੇ ਵਿੱਚ ਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਣ ਦੀ ਲੋੜ ਨਹੀਂ ਹੁੰਦੀ। ਸਿੱਧੂ ਸਾਹਿਬ ਮੈਂ ਦੱਸਦਾ ਇਹਨਾਂ ਨੂੰ ਇਹ ਗੱਲ ਕਿ ਇਹ ਜਾਂ ਤਾਂ ਕਹਿ ਦਿਓ ਕਿ ਉੱਥੇ ਬਹੁਤ ਹੀ ਜ਼ਿਆਦਾ ਵਾਇਲੈਂਸ ਸੀ, ਬਹੁਤ ਹੀ ਜ਼ਿਆਦਾ ਕਨਫਲਿਕਟ ਸੀ, ਕਿ ਮਤਲਬ ਕੋਈ ਵੀ ਸੇਫ ਹੀ ਨਹੀਂ ਸੀਗਾ, ਮਤਲਬ ਆਪਦਾ ਫੇਲਿਅਰ ਐਡਮਿਟ ਕਰ ਰਹੇ ਆ ਇਹ ਕਿ ਬਹੁਤ ਵੱਡਾ ਕਨਫਲਿਕਟ ਸੀ, ਪੀਐਮ ਸਾਹਿਬ ਦੀ ਸੇਫਟੀ ਨੂੰ ਕੰਸਰਨ ਸੀ, ਖਤਰਾ ਸੀ, ਤਾਂ ਨਹੀਂ ਗਏ। ਫਿਰ ਉਹ ਲੋਕਾਂ ਬਾਰੇ ਤਾਂ ਸੋਚੋ ਜਿਹੜੇ ਉੱਥੇ ਆਮ ਲੋਕ ਬੈਠੇ ਆ ਜਿਨ੍ਹਾਂ ਤੁਹਾਨੂੰ ਵੋਟਾਂ ਪਾਈਆਂ, ਉਹਨਾਂ ਦਾ ਕੋਈ ਖਿਆਲ ਨਹੀਂ, ਸਿਰਫ ਮੋਦੀ ਸਾਹਿਬ ਦਾ ਸੋਚ ਰਹੇ ਹੋ। ਜੇ ਐਡਾ ਇਸ਼ੂ ਹੈ, ਕਨਫਲਿਕਟ ਹੈਗਾ ਹੈ, ਫਿਰ ਉਹਨੂੰ ਸੁਧਾਰਨ ਦੀ ਕੋਸ਼ਿਸ਼ ਤਾਂ ਕਰੋ, ਜੇ ਨਹੀਂ ਸੁਧਾਰਿਆ ਤਾਂ ਹੀ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ। ਤੁਹਾਡਾ ਵਿਊ ਪੁਆਇੰਟ ਆ ਗਿਆ। ਜੈਵੰਤ ਜੀ, ਇਸ ਮਾਮਲੇ ਤੇ
ਕਾਂਗਰਸ ਵੱਲੋਂ ਸਵਾਲ ਉਠਾਏ ਜਾ ਰਹੇ, ਸਦਨ ਦੇ ਅੰਦਰ ਤਾਂ ਉਠਾਈ ਜਾ ਰਹੇ, ਜੋ ਆਪਾਂ ਡਿਬੇਟ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਤੇ ਇਹ ਕਹਿ ਰਹੇ ਕਿ ਸੀਐਮ ਵੱਲੋਂ ਫਿਰ ਅਸਤੀਫਾ ਕਿਉਂ ਨਹੀਂ ਦਿੱਤਾ ਗਿਆ ਜਾਂ ਅਸਤੀਫਾ ਲਿਆ ਕਿਉਂ ਨਹੀਂ ਗਿਆ। ਦੂਜੀ ਗੱਲ, ਪ੍ਰਧਾਨ ਹਾਂਜੀ। ਮੰਤਰੀ ਕਹਿੰਦੇ ਠੀਕ ਹੈ ਹਾਂਜੀ। ਸੁਰੱਖਿਆ ਦੀ ਵਜ੍ਹਾ ਕਰਕੇ ਨਹੀਂ ਜਾ ਸਕੇ, ਤਾਂ ਕਹਿੰਦੇ ਪਾਰਲੀਮੈਂਟ ਦੇ ਅੰਦਰ ਤੋਂ ਲਫ਼ਜ਼ ਤੱਕ ਨਹੀਂ ਬੋਲੇ, ਔਰ ਜਿਹੜੇ ਬੋਲੇ ਆ ਰਾਹੁਲ ਗਾਂਧੀ ਉਹਨਾਂ ਨੂੰ ਕਹਿੰਦੇ 70% ਤੋਂ ਵਧੇਰੇ ਸਮਾਂ ਦਿਖਾਇਆ ਹੀ ਨਹੀਂ ਗਿਆ, ਸਪੀਕਰ ਤੇ ਫੋਕਸ ਰੱਖੇ ਕੈਮਰੇ। ਹਾਂਜੀ, ਥੈਂਕ ਯੂ। ਹਾਂ, ਮੈਂ ਸਾਰਾ ਕੁਝ ਸੁਣ ਲਿਆ। ਜੀ। ਅਜੀਤ ਖਡਿਆਲ ਜੀ ਜਦੋਂ ਇਸ ਤਰੀਕੇ ਦੀ ਡਿਬੇਟ ਆਉਂਦੀ ਹੈ, ਕੋਈ ਵੀ ਐਸੀ ਮੋਟਿਵ ਇਸ਼ੂ ਹੁੰਦਾ ਹੈ, ਉਹਨੂੰ ਪੋਲਿਟਿਸਾਈਜ਼ ਕਰਨ ਦੇ ਵਿੱਚ ਇਹਨਾਂ ਦੀ ਬੜੀ ਐਕਸਪਰਟਿਸ ਹੈਗੀ ਹੈ। ਪਰ ਚਲੋ ਕੋਈ ਗੱਲ ਨਹੀਂ, ਇਹਨਾਂ ਦਾ ਕੰਮ ਹੈ ਉਹ ਕਰਨਾ। ਮੈਂ ਤੁਹਾਨੂੰ ਉਹਨਾਂ ਦੀ ਪੂਰੀ ਡਿਬੇਟ ਸੁਣਾਤੀ ਹੈ ਕਿਉਂਕਿ ਮੈਂ ਪੂਰੀ ਦੇਖੀ ਹੈ ਔਨ ਦ YouTube। ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੇ ਪਹਿਲਾਂ ਜਿਹੜਾ 50-60% ਆਫ ਦ ਡਿਬੇਟ ਤੇ ਉਹਨਾਂ ਨੇ ਸਿਰਫ ਆਪਣੀ ਯਾਤਰਾ ਦੇ ਬਾਰੇ ਗੱਲ ਕੀਤੀ ਤੇ ਅਡਾਨੀ ਦੇ ਬਾਰੇ ਗੱਲ ਕੀਤੀ। मैं उसको मिला, मैं वहां गया, मैंने ऐसे किया, मैंने वो किया। ਉਹਨਾਂ ਨੂੰ ਜ਼ਿਆਦਾ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਉਹਨਾਂ ਦੇ ਵਾਸਤੇ ਜ਼ਿਆਦਾ ਜ਼ਰੂਰੀ ਸੀਗਾ। ਮਨੀਪੁਰ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਮਨੀਪੁਰ ਦੇ ਉੱਤੇ ਉਹਨਾਂ ਨੇ ਸਿਰਫ 2 ਕਮੈਂਟ ਬਣਾਏ। ਇੱਕ ਜਿਹੜਾ ਉਹ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਕਿ ਆਪਨੇ ਮਨੀਪੁਰ में भारत की हत्या कर दी है। ਤੇ ਦੂਸਰਾ ਇੱਕ ਹੋਰ ਉਹਨਾਂ ਨੇ ਕਿ ਮੈਂ ਉਹਨੂੰ ਮਿਲਿਆ ਤੇ ਇਹ ਕੀਤਾ ਤੇ ਸੱਜਾ। ਸੋ ਦਾ ਟੋਟਲ ਏਜੰਡਾ ਜਿਹੜਾ ਹੈਗਾ ਸੀਗਾ ਰਾਹੁਲ ਗਾਂਧੀ ਜੀ ਦਾ, ਉਹ ਪੋਲੀਟੀਕਲ ਸੀਗਾ, ਉਹ ਮਨੀਪੁਰ ਨਹੀਂ ਸੀਗਾ। ਅਗਰ ਉਹ ਮਨੀਪੁਰ ਦੇ ਉੱਤੇ ਪੂਰੀ ਤਿਆਰੀ ਕਰਕੇ ਆਏ ਹੁੰਦੇ ਨਾ ਤੇ ਜਿੰਨਾ ਉਹਨਾਂ ਨੂੰ ਟਾਈਮ ਮਿਲਿਆ ਹੈ, ਉਹ ਜਿਹੜੇ ਇੱਥੇ ਹੁਣ ਇਹ ਆਪਣੇ ਅਰਪੀਤ ਖਡਿਆਲ ਜੀ ਨੇ ਆਸਰੇ ਦਿੱਤੇ ਨੇ ਨਾ, ਉਹ ਆਕੜੇ ਬੋਲਦੇ। ਅਗਰ ਉੱਥੇ ਮਨੀਪੁਰ ਦੀ ਡਿਬੇਟ ਹੋ ਰਹੀ ਹੈ ਤੇ ਉਹਨਾਂ ਨੂੰ ਸਿਰਫ ਮਨੀਪੁਰ ਦੇ ਉੱਤੇ ਬੋਲਣਾ ਚਾਹੀਦਾ ਸੀਗਾ, ਪਰ ਉਹਨਾਂ ਨੇ ਨਹੀਂ ਬੋਲਿਆ ਬਿਕੋਜ਼ ਹੀ ਵਾਸ ਨਾਟ ਪ੍ਰੀਪੇਅਰਡ। ਜੈਵਾਨ ਜੀ ਇੱਕ ਸਵਾਲ ਹੈ, ਸਾਰਾ ਕੁਝ ਜਿਹੜਾ ਹੈ ਇਹ ਪੋਲੀਟੀਕਲੀ ਸੀਗਾ। ਦੂਸਰੀ ਗੱਲ ਆਈ, ਜੈਵਾਨ ਸਾਹਿਬ ਮੇਰੀ ਆਵਾਜ਼ ਸੁਣੋ। ਇੱਕ ਨਿੱਕਾ ਜਿਹਾ ਸਵਾਲ ਮੈਂ ਵਿੱਚ ਤੁਸੀਂ ਆਪਣੀ ਗੱਲ 'ਚ ਮੈਂ ਤੁਹਾਡੇ 'ਚ ਵਾਅਦਾ ਕਰਨਾ ਚਾਹਾਂਗਾ ਕਿ ਜਿਹੜੇ ਵਿਰੋਧੀ ਧਿਰਾਂ ਵੱਲੋਂ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਜਿਹੜੇ ਭਾਜਪਾ ਦੀ ਕੈਬਨਿਟ 'ਚ ਜਿਹੜੇ ਮੰਤਰੀ ਬੋਲੇ, ਦੂਜੇ ਬੋਲੇ, ਉਹਨਾਂ ਨੇ ਵੀ ਕਹਿੰਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਕਿਸ ਤਰ੍ਹਾਂ ਸਕੂਲਾਂ 'ਚ ਸੁਧਾਰ ਕੀਤਾ ਗਿਆ, ਕਿੱਦਾਂ ਵਿਕਾਸ ਕੀਤਾ ਜਾ ਰਿਹਾ। ਮਨੀਪੁਰ ਦੇ ਨਾਲ ਕਹਿੰਦੇ ਕਿਉਂਕਿ ਮੁੱਦਾ ਹੀ ਜਿਹੜਾ ਹੈਗਾ ਭਰੋਸਗੀ ਤੇ ਬੇਭਰੋਸਗੀ ਦਾ ਸੀ, ਇਸ ਕਰਕੇ ਸਾਰੇ ਮੁੱਦਿਆਂ ਦੀ ਚਰਚਾ ਹਾਕਮਦਰ ਦੇ ਲੋਕਾਂ ਵੱਲੋਂ, ਆਗੂਆਂ ਵੱਲੋਂ, ਮੰਤਰੀਆਂ ਵੱਲੋਂ ਵੀ ਕੀਤੀ ਗਈ ਹੈ। ਜੈਵਾਨ ਜੀ ਜੀ ਬਿਲਕੁਲ ਸਹੀ ਹੈ ਨਾ। ਦੇਖੋ, ਜਦੋਂ ਇਹਨਾਂ ਨੇ ਸਾਰੇ ਹੋਰ ਚੀਜ਼ਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਐਕਸੈਪਟ ਫॉर ਮਨੀਪੁਰ, ਜੀ ਮੈਂ ਉਹੀ ਤੇ ਗੱਲ ਤੁਹਾਨੂੰ ਦੱਸ ਰਿਹਾ, ਤੇ ਫਿਰ ਬੀਜੇਪੀ ਨੂੰ ਵੀ ਪਰ ਫੋਰਸ ਦੂਸਰੀਆਂ ਗੱਲਾਂ ਕਰਨੀਆਂ ਪੈ ਗਈਆਂ। ਸੋ ਬੇਸਿਕਲੀ ਜਿਹੜੀ ਡਿਬੇਟ ਹੋਈ ਹੈ ਉੱਥੇ ਬਿਕੋਜ਼ ਆਫ ਦੀ ਓਪੋਜੀਸ਼ਨ, because of politicization of the debate, ਜਿਹੜੀ ਡਿਬੇਟ ਹੋਈ ਹੈ ਉਹ ਮਨੀਪੁਰ ਤੇ ਘੱਟ ਹੋਈ ਹੈ ਤੇ ਉਹ 2024 ਇਲੈਕਸ਼ਨ ਤੋਂ ਉੱਤੇ ਜ਼ਿਆਦਾ ਹੋਈ ਹੈ। ਜਿਹੜਾ ਪੀਰ ਮੁਹੰਮਦ ਜੀ ਨੇ ਜਿਹੜਾ ਕਿਹਾ ਨਾ, ਮੈਂ ਉਹਦੇ ਨਾਲ ਬਿਲਕੁਲ ਇਹ ਰੱਖਣਾ ਕਿ ਸਾਨੂੰ ਇਹਨੂੰ ਹਿਊਮੈਨਿਟੀ ਦੇ ਨਾਲ ਦੇਖਣਾ ਚਾਹੀਦਾ ਸੀਗਾ। ਬੜੇ ਅੱਛੇ ਪੁਆਇੰਟਸ ਉਹਨਾਂ ਨੇ ਬਣਾਏ ਨੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਨਲਾਈਕ 1984 ਜਿੰਨੇ ਰਾਈਟਰ ਸੀਗੇ, ਸਪੈਸ਼ਲੀ ਜੋ ਕਿ ਉਹ ਬੜੇ ਅਨਫੋਰਚੂਨੇਟ ਰੇਪ ਕੇਸ ਦੇ ਵਿੱਚ ਇਨਵੋਲਵ ਸੀਗੇ, ਉਹ ਸਾਰੇ ਦੇ ਸਾਰੇ ਫੜੇ ਗਏ ਨੇ। ਉਹਨਾਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਗਈ ਹੈ। ਮੋਰ ਦੈਨ 200 ਆਫ them have already been caught। ਤੇ ਇਹ ਜਿਹੜੀ ਪੂਰਾ ਜਿਹੜਾ ਇਹ ਡਿਸਰਪਸ਼ਨ ਹੈਗੀ ਹੈ, ਏਡੀ ਵੱਡੀ ਪਲਾਨਡ ਡਿਸਰਪਸ਼ਨ ਹੈਗੀ ਹੈ, ਇੰਜੀਨੀਅਰਡ ਡਿਸਰਪਸ਼ਨ ਹੈਗੀ ਹੈ, ਇਹ ਮਾਤਰ 3 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕੰਟਰੋਲਡ ਹੈ। ਇਸ ਵੇਲੇ ਵਾਇਲੈਂਸ ਇਜ਼ ਐਟ ਅ ਵੈਰੀ ਲੋ ਲੈਵਲ। ਇੱਕ ਸਵਾਲ ਤੁਸੀਂ ਪੀਰ ਮੁਹੰਮਦ ਦਾ ਨਾਲ ਹੈ, ਜਿਹੜਾ ਉਹ ਸਿਕਿਉਰਿਟੀ ਫੋਰਸਿਸ ਨੂੰ ਦੇਣਾ ਚਾਹਨਾ, ਇੰਡੀਅਨ ਆਰਮੀ ਨੂੰ ਦੇਣਾ ਚਾਹਨਾ, ਅਸਾਮ ਰਾਈਫਲਸ ਨੂੰ ਦੇਣਾ ਚਾਹਨਾ। ਉਹਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਕੰਮ ਕੀਤਾ ਹੈ, ਜਿਹੜੇ ਇੱਥੇ ਬਹੁਤ ਸਾਰੇ ਦੇ ਵਿੱਚ ਲੱਗੇ ਹੋਏ ਸੀਗੇ, ਉਹਨਾਂ ਦੇ ਕੰਮ ਨੂੰ ਮੈਂ ਸ਼੍ਰੇਅ ਦਿੰਦਾ ਕਿ ਉਹਨਾਂ ਨੇ ਇੱਕ ਬੜੀ ਹੀ ਬਿਲਕੁਲ ਫੋਰਸਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇੱਕ ਨਿੱਕਾ ਜਿਹਾ ਸਵਾਲ ਕਿਉਂਕਿ ਫਿਰ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਗੱਲ, ਚੀਫ ਮਿਨਿਸਟਰ ਨੂੰ ਉਤਾਰਨਾ ਨਹੀਂ ਚਾਹੀਦਾ ਸੀਗਾ। ਹਾਂ, ਤੇ ਬਾਕੀ ਜਿਹੜਾ ਇਹ ਸੈਕ ਕਰਨ ਦੀ ਕਹਿ ਰਹੇ ਨੇ ਸੀਐਮ ਦੀ, ਖਡਿਆਲ ਸਾਹਿਬ, ਅਸੀਂ ਸੀਐਮ ਨੂੰ ਸੈਕ ਤੁਹਾਡੇ ਵਾਸਤੇ ਨਹੀਂ ਕਰਾਂਗੇ। ਅਗਰ ਜੋ ਵੀ ਅਸੀਂ ਸੀਐਮ ਦੇ ਨਾਲ ਕਰਨਾ ਅਸੀਂ ਆਪੂ ਕਰਾਂਗੇ, ਦੈਟ ਇਜ਼ ਆਰ ਪ੍ਰੋਬਲਮ। ਤੁਸੀਂ ਆਪਣੇ ਪ੍ਰੋਬਲਮ ਦੇ ਉੱਤੇ ਕਰੋ। ਮੈਂ ਤੁਹਾਨੂੰ ਹੁਣ ਵੀ ਅਪੀਲ ਕਰਨਾ ਕਿ ਓਪੋਜੀਸ਼ਨ ਨੂੰ ਗਵਰਨਮੈਂਟ ਦੇ ਨਾਲ ਮਿਲ ਕੇ ਉੱਥੋਂ ਦੇ ਲੋਕਾਂ ਦੇ ਸੈਂਟੀਮੈਂਟਸ ਨੂੰ ਐਸੂਏਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੂੰ ਸਹੀ ਰਸਤੇ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇਹ ਜਿਹੜੀ ਵਾਇਲੈਂਸ ਹੈ ਇਹ ਘੱਟ ਹੋਏ, ਨਾ ਕਿ ਇਹ ਵਧੇ। ਖਡਿਆਲ ਸਾਹਿਬ ਇੱਕ ਸਵਾਲ ਹੋਰ ਕਰਨਾ ਚਾਹੁੰਦੇ ਆ। ਮੈਨੂੰ ਅੱਧਾ ਮਿੰਟ ਹੀ ਦੇ ਦਿਓ ਸੰਤ ਸਾਹਿਬ, ਉਹਦੇ ਬਾਅਦ ਮੈਨੂੰ ਕਹਿਣ ਦੀ ਇਜਾਜ਼ਤ ਦੇ ਦਿਓ। ਦੇਖੋ, ਨੰਬਰ 1 ਜੈਵਨ ਸਾਹਿਬ, ਜਿਹੜੇ ਮੇਰੇ ਸਵਾਲ ਸੀ ਮੈਂ ਉਮੀਦ ਕਰ ਰਿਹਾ ਸੀਗਾ ਤੁਸੀਂ ਜਵਾਬ ਦਵੋਗੇ ਕਿ ਮੋਦੀ ਸਾਹਿਬ ਦਾ ਫਰਜ਼ ਨਹੀਂ ਬਣਦਾ ਸੀਗਾ ਪਾਰਲੀਮੈਂਟ ਦੇ ਵਿੱਚ ਬੋਲਣ ਦਾ, ਉਹਦਾ ਜਵਾਬ ਨਹੀਂ ਆਇਆ। ਦੂਜਾ,
ਕਿ ਡਿਬੇਟ ਡਿਸਕਸ਼ਨ ਪਹਿਲੇ ਦਿਨ ਮੌਨਸੂਨ ਸੈਸ਼ਨ ਦੇ ਨਹੀਂ ਹੋਣੀ ਚਾਹੀਦੀ ਸੀ, ਉਹਦਾ ਜਵਾਬ ਨਹੀਂ ਆਇਆ। ਤੀਜਾ 77 ਦਿਨ ਦੀ ਚੁੱਪੀ ਕਿਉਂ ਸੀ? 1800 ਘੰਟੇ ਦੀ ਚੁੱਪੀ ਕਿਉਂ ਸੀ? ਮੈਂ ਇਸ 35 ਸੈਕਿੰਡ ਕਿਉਂ ਦਿੱਤੇ ਗਏ ਤੇ ਰਾਜਸਥਾਨ ਦਾ ਛੱਤੀਸਗੜ੍ਹ ਦਾ ਜ਼ਿਕਰ ਉਹ 35 ਸੈਕਿੰਡ ਦੇ ਵਿੱਚ ਕਿਉਂ ਕੀਤਾ ਗਿਆ, ਰਾਜਨੀਤੀਕਰਨ ਕੀਤਾ ਗਿਆ? ਕੋਈ ਜਵਾਬ ਨਹੀਂ। ਲੇਕਿਨ ਇੰਨੀ ਗੱਲ ਦੱਸੋ ਜੈਬੰਦ ਸਾਹਿਬ, ਤੁਸੀਂ ਗੱਲ ਕਹੀ 1984 ਦੀ, ਤੁਸੀਂ ਜੈਬੰਦ ਸਾਹਿਬ ਭੁੱਲ ਗਏ ਹੋ ਕਿ ਤੁਹਾਡੇ ਲੀਡਰ ਅਡਵਾਨੀ ਸਾਹਿਬ ਨੇ ਕਿਤਾਬ ਦੇ ਵਿੱਚ ਲਿਖਿਆ ਹੈ ਕਾਂਗਰਸ ਪਾਰਟੀ ਨੂੰ 1984 ਲਈ ਮਜਬੂਰ ਅਸੀਂ ਕੀਤਾ ਸੀਗਾ। ਪੜ੍ਹ ਲਿਓ ਤੇ ਅਡਵਾਨੀ ਸਾਹਿਬ ਨੂੰ ਕੰਡੈਮ ਕਰੋ ਬਿਕੋਜ਼ 1984 ਨੂੰ ਕੰਡੈਮ ਕਰ ਰਹੇ ਹੋ। ਹੁਣ ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਵੀ 1984 ਦੀ ਗੱਲ ਕੀਤੀ, ਫਿਰ ਤੁਸੀਂ ਬੀਜੇਪੀ ਦੇ ਨਾਲ ਭਾਈਵਾਲ ਕਿਉਂ ਸੀਗੇ? ਪੀਰ ਮੁਹੰਮਦ ਸਾਹਿਬ, ਬੀਜੇਪੀ ਦੇ ਨਾਲ ਤਾਂ ਅਲਾਇੰਸ ਹੀ ਨਹੀਂ ਕਰਨੀ ਚਾਹੀਦੀ ਸੀ, ਫਿਰ ਉਸ ਹਿਸਾਬ ਨਾਲ ਕਰੋ ਆਪਦੀ ਲੀਡਰਸ਼ਿਪ ਨੂੰ ਵੀ ਕੰਡੈਮ। ਹੁਣ ਤੀਜੀ ਗੱਲ, ਜੈਬੰਦ ਸਾਹਿਬ ਕਹਿੰਦੇ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤੇ ਮੈਂ ਕਹਿੰਦਾ ਜੈਬੰਦ ਸਾਹਿਬ ਸਭ ਇਕੱਠੇ ਤਾਂ ਹੀ ਹੋਣਗੇ ਨਾ ਜੇ ਸਰਕਾਰ ਸਹੀ ਕੰਮ ਕਰੂਗੀ। ਸਰਕਾਰ ਤਾਂ ਨਾ ਬੋਲ ਕੇ ਰਾਜੀ, ਨਾ ਐਕਸ਼ਨ ਲੈ ਕੇ ਰਾਜੀ, ਨਾ ਇਨਸਾਫ ਕਰਕੇ ਰਾਜੀ, ਤੇ ਨਾ ਸੱਚ ਬੋਲ ਕੇ ਰਾਜੀ, ਫਿਰ ਇਕੱਠੇ ਕਿਵੇਂ ਹੋ ਜਾਣਗੇ? ਫਿਰ ਇਹਨਾਂ ਨੇ ਕਿਹਾ ਸੀਐਮ ਸੈਕ ਕਰਨਾ ਅਸੀਂ ਦੇਖਣਾ ਜੀ, ਇਹ ਸਾਡੀ ਪ੍ਰੋਬਲਮ ਹੈ, ਤੁਹਾਡੀ ਪ੍ਰੋਬਲਮ ਨਹੀਂ। ਜੈਬੰਦ ਸਾਹਿਬ ਜਦੋਂ ਉੱਥੇ ਕਤਲ ਹੋ ਗਏ ਨਾ 150 ਤੋਂ ਜ਼ਿਆਦਾ ਲੋਕ ਮਾਰੇ ਗਏ, ਤੇ ਇਹ ਤੁਹਾਡੀ ਪ੍ਰੋਬਲਮ ਨਹੀਂ, ਇਹ ਦੇਸ਼ ਦੀ ਪ੍ਰੋਬਲਮ ਹੈ, ਦੇਸ਼ ਦੀ ਪ੍ਰੋਬਲਮ। ਲੋਕਤੰਤਰ ਦੇ ਵਿੱਚ ਸਰਕਾਰ ਨੂੰ ਸਵਾਲ ਹੁੰਦੇ ਹੈ, ਸਰਕਾਰ ਨਹੀਂ ਕਹਿ ਸਕਦੀ ਕਿ ਇਹ ਸਾਡੀ ਪ੍ਰੋਬਲਮ ਹੈ, ਸਾਡਾ ਇਸ਼ੂ ਹੈ। ਲੋਕਤੰਤਰ ਦੇ ਵਿੱਚ ਲੋਕ ਸੁਪਰੀਮ ਹੁੰਦੇ ਹੈ। ਮੈਂ ਦੇਸ਼ ਦਾ ਨਾਗਰਿਕ ਹਾਂ, ਮੈਂ ਸਿਟੀਜ਼ਨ ਹਾਂ, ਮੇਰਾ ਸਵਾਲ ਕਰਨਾ ਹੱਕ ਬਣਦਾ ਹੈ। ਜੇ ਜਵਾਬ ਹੈਗਾ ਤਾਂ ਇਹ ਚੀਜ਼ ਦੱਸੋ ਵੀ ਡਿਲੇ ਕਿਉਂ ਹੋਇਆ ਪਰਚਾ ਦੇਣ ਦੇ ਵਿੱਚ, ਡਿਲੇ ਕਿਉਂ ਹੋਇਆ ਮੁਲਜ਼ਮ ਫੜਨ ਦੇ ਵਿੱਚ, ਡਿਲੇ ਕਿਉਂ ਹੋਇਆ ਟਾਈਮ ਬਾਉਂਡ ਇਨਕੁਆਇਰੀ ਆਰਡਰ ਕਰਨ ਦੇ ਵਿੱਚ, ਤੇ ਡਿਲੇ ਕਿਉਂ ਹੋਇਆ ਇਨਸਾਫ ਦੇਣ ਦੇ ਵਿੱਚ। ਓਕੇ ਆਪਾਂ ਜਵਾਬ ਲੈ ਲਈਏ। ਪੀਰ ਮੁਹੰਮਦ ਜੀ, ਮੈਂ ਡੈਫੀਨਿਟਲੀ ਆਉਣਾ ਤੁਹਾਡੇ ਵੱਲ ਕਿਉਂਕਿ ਸਿੱਧੇ ਤੌਰ ਤੇ ਸਵਾਲ ਜੈਬੰਦ ਜੀ ਨੂੰ ਕੀਤਾ ਗਿਆ। ਆਪਾਂ ਪਹਿਲਾਂ ਜਵਾਬ ਲੈ ਲਈਏ, ਫਿਰ ਮੈਂ ਤੁਹਾਡੇ ਵੱਲ ਆ ਰਿਹਾ ਇਸੇ ਮੁੱਦੇ ਨੂੰ ਲੈ ਕੇ। ਜੀ ਜੈਬੰਦ ਜੀ। ਜੀ ਦੇਖੋ ਸਿੱਧੂ ਸਾਹਿਬ, ਪਹਿਲੀ ਗੱਲ ਤੇ ਇਹ ਜਿਹੜਾ 3 ਮਹੀਨਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਸਿਰਫ ਬੀਜੇਪੀ ਦੇ ਸਿੰਗਲ ਇਨੀਸ਼ੀਏਟਿਵ ਦੇ ਨਾਲ, ਬੀਜੇਪੀ ਦੀ ਇੱਕ ਹਿਊਮਨ ਐਟੀਟਿਊਡ ਦੇ ਨਾਲ, ਬੀਜੇਪੀ ਦੀ ਸਾਰੇ ਲੋਕਾਂ ਨੂੰ ਟੇਬਲ ਦੇ ਉੱਤੇ ਲੈ ਕੇ ਆ ਕੇ ਗੱਲਬਾਤ ਕਰਨ ਦੇ ਨਾਲ, ਅਮਿਤ ਸ਼ਾਹ ਜੀ ਦਾ ਉੱਥੇ 7 ਦਿਨ ਪਹਿਲੇ ਬਹਿਣਾ ਤੇ ਹਰ ਤੀਸਰੇ ਚੌਥੇ ਦਿਨ ਉੱਥੇ ਪਹੁੰਚਣ ਦੇ ਨਾਲ ਹੀ ਇਹ ਸਿਚੁਏਸ਼ਨ 3 ਮਹੀਨਿਆਂ ਦੇ ਵਿੱਚ ਕੰਟਰੋਲ ਹੋਈ ਹੈ। ਇਹ ਕਹਿਣਾ ਕਿ ਉੱਥੇ ਕੋਈ ਐਕਸ਼ਨ ਨਹੀਂ ਹੋਇਆ, ਐਕਸ਼ਨ ਉੱਥੇ ਨਹੀਂ ਹੋਇਆ। ਉੱਥੇ ਕਾਂਗਰਸ ਪਾਰਟੀ ਤੇ ਓਪੋਜੀਸ਼ਨ ਪਾਰਟੀਜ਼ ਨੇ ਕੋਈ ਐਕਸ਼ਨ ਨਹੀਂ ਲਿਆ, ਗਵਰਨਮੈਂਟ ਨੇ ਤੇ ਬਹੁਤ ਐਕਸ਼ਨ ਲਿਆ। ਗਵਰਨਮੈਂਟ ਇਹ ਉਮੀਦ ਕਰਦੀ ਸੀਗੀ ਕਿ ਉਸ ਐਕਸ਼ਨ ਦੇ ਵਿੱਚ ਦੂਸਰੀਆਂ ਪੋਲੀਟੀਕਲ ਪਾਰਟੀ ਵੀ ਸਾਡੇ ਨਾਲ ਮਿਲਣਗੇ। ਅਸੀਂ ਇਹ ਉਮੀਦ ਕਰਦੇ ਸੀਗੇ ਕਿ ਰਾਹੁਲ ਗਾਂਧੀ ਜੀ ਤੇ ਕੇਜਰੀਵਾਲ ਜੀ ਨਾ ਆਪਣੇ ਜਿਹੜੇ ਉਹ ਭਗਵੰਤ ਮਾਨ ਜੀ ਦਾ ਹੈਲੀਕਾਪਟਰ ਲੈ ਕੇ ਜਗ੍ਹਾ ਜਗ੍ਹਾ ਘੁੰਮਦੇ ਫਿਰਦੇ ਨੇ, ਉਸ ਹੈਲੀਕਾਪਟਰ 'ਚ ਉੱਥੇ ਵੀ ਜਾਣਗੇ, ਜਾ ਕੇ ਕਿਸੇ ਨਾਲ ਗੱਲ ਕਰਨਗੇ, ਪਰ ਐਸਾ ਕੁਝ ਨਹੀਂ ਕੀਤਾ। ਦਿੱਲੀ ਦੇ ਵਿੱਚ ਬਹਿ ਕੇ ਹੀ ਸਾਰੀ ਗੱਲਾਂ ਕਰਦੇ ਰਹੇ। ਦਿੱਲੀ ਦੇ ਵਿੱਚ ਮਿਸ ਇਨਫੋਰਮੇਸ਼ਨ, ਲੈਕ ਆਫ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ, ਆਊਟਰਾਈਟ ਚੀਪ ਪੋਲਿਟਿਕਸ, ਇਹ ਸਾਰਾ ਕੰਮ ਸੀਗਾ ਇਹਨਾਂ ਦਾ। ਤੇ ਬਾਕੀ ਸਿਰਫ ਪਾਰਲੀਮੈਂਟ ਦੇ ਵਿੱਚ ਗੱਲ ਕਰਨੀ, ਜਿਹੜੀ ਪਾਰਲੀਮੈਂਟ ਦਾ ਜਿਹੜਾ ਕੋਰਸ ਆਫ ਬਿਜ਼ਨਸ ਹੈ ਉਹ ਸਪੀਕਰ ਸੈੱਟ ਕਰਦਾ ਹੈ। ਸਪੀਕਰ ਇਜ਼ ਨਾਟ ਫਰਮ ਐਨੀ ਪਾਰਟੀ। ਉਹ ਜਿਹੜਾ ਸਵਾਲ ਹੈਗਾ ਉਹ ਲੋਕ ਸਭਾ ਤੇ ਰਾਜ ਸਭਾ 'ਚ ਡਿਬੇਟ ਕਿਹੜੀਆਂ ਹੋਣਗੀਆਂ ਉਹ ਡਿਸਾਈਡ ਕਰਦੇ ਨੇ, ਅਸੀਂ ਨਹੀਂ ਡਿਸਾਈਡ ਕਰਦੇ। ਇਹ ਪੂਰੀ ਜਿਹੜੀ ਗੱਲ ਹੈਗੀ ਹੈ ਮੀਡੀਆ ਦੇ ਵਿੱਚ ਹੈਗੀ ਸੀਗੀ, ਰੋਜ਼ ਇਹਦੇ ਉੱਤੇ ਡਿਬੇਟਸ ਹੁੰਦੀਆਂ ਸੀਗੀਆਂ। ਰੋਜ਼ ਅਸੀਂ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਂਗੂ ਐਸਾ ਨਹੀਂ ਸੀ ਕਰਦੇ ਕਿ ਆਪਣੇ ਬੰਦੇ ਨਹੀਂ ਭੇਜ ਰਹੇ। ਜੈਬੰਦ ਜੀ ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਥੈਂਕ ਯੂ ਵੈਰੀ ਮਚ। ਆਪਾਂ ਪੀਰ ਮੁਹੰਮਦ ਦੇ ਕਮੈਂਟ ਵੀ ਲੈ ਲਈਏ। ਪੀਰ ਮੁਹੰਮਦ ਜੀ, ਕਾਂਗਰਸ ਵੱਲੋਂ ਵੀ ਔਰ ਭਾਜਪਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਪ੍ਰਸਥਿਤੀਆਂ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ, ਕੌਣ ਨਹੀਂ ਚਾਹੁੰਦਾ ਕਿ ਦੇਸ਼ ਦੇ ਅੰਦਰ ਸਦਭਾਵਨਾ ਰਹਿਣੀ ਚਾਹੀਦੀ ਹੈ। ਜੇ ਕਿਤੇ ਇਹਨਾਂ ਮਾਮਲਿਆਂ 'ਤੇ ਸਵਾਲ ਉਠਾਏ ਜਾ ਰਹੇ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਪੀਰ ਮੁਹੰਮਦ ਜੀ, ਮੈਂ ਤੁਹਾਡੇ ਵੱਲ ਸਵਾਲ ਲੈਣ ਆਇਆ ਸੀ। ਜੈਬੰਦ ਜੀ ਆਈ ਐਮ ਸੌਰੀ, ਥੋੜੀ ਦੇਰ ਵੇਟ ਕਰਿਓ। ਆਪਾਂ ਪੀਰ ਮੁਹੰਮਦ ਜੀ ਤੋਂ ਸਵਾਲ ਲੈ ਰਹੇ ਸੀ, ਪਹਿਲਾਂ ਪੀਰ ਮੁਹੰਮਦ ਜੀ ਦਾ ਜਵਾਬ ਲੈ ਲਈਏ। ਟੈਕਨੀਕਲ ਵਜ੍ਹਾ ਕਰਕੇ ਪੀਰ ਮੁਹੰਮਦ ਜੀ ਦਾ ਬੋਲਣਾ ਬਹੁਤ ਜ਼ਰੂਰੀ ਹੈ, ਟੈਕਨੀਕਲ ਵਜ੍ਹਾ ਕਰਕੇ ਸੁਣ ਨਹੀਂ ਪਾਏ। ਪੀਰ ਮੁਹੰਮਦ ਜੀ, ਤੁਹਾਡੇ ਤੋਂ ਸਵਾਲ ਲਿਆ ਸੀ ਮੈਂ। ਦੇਖੋ ਸਿੱਧੂ ਸਾਹਿਬ, ਗੱਲ ਇਹ ਆ, ਇਹ ਜਿਹੜੀਆਂ ਮੌਤ ਦੀਆਂ ਨਫ਼ਰਤ ਦੀਆਂ ਫੈਕਟਰੀਆਂ ਨੇ ਨਾ, ਇਹ ਬੰਦ ਕਰਨੀਆਂ ਚਾਹੀਦੀਆਂ। ਇਹਦੇ ਉੱਤੇ ਜਨਾਨੀ ਮੈਸੀ ਸਾਨੂੰ ਘੱਟੋ ਘੱਟ, ਭਾਵੇਂ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਤਿੰਨੇ ਹੀ ਬੁਲਾਰੇ ਨਹੀਂ ਹੈਗੇ, ਕਿ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਸਕੀਏ ਜਿਹਦੇ ਨਾਲ ਇਹ ਜਿਹੜਾ ਦੰਗਾ ਫਸਾਦ ਦੀ ਰਾਜਨੀਤੀ ਇਹ ਬੰਦ ਹੋ ਸਕੇ। ਪਰ ਤੁਸੀਂ ਇਹ ਦੇਖੋ, ਕਿਤੇ ਇਮੈਜਿਨ ਕਰਕੇ ਦੇਖੋ, ਇਸ ਘਟਨਾਕ੍ਰਮ ਦੇ ਵਿੱਚ ਤੁਸੀਂ ਜਾਂ ਤੁਹਾਡਾ ਪਰਿਵਾਰ ਕਿਤੇ ਆ ਜਾਵੇ ਤਾਂ ਫਿਰ ਤੁਸੀਂ ਹੋਏ ਐਡਵੋਕੇਟ ਵੀ ਨੇ, ਸਮਝਦਾਰ ਇਨਸਾਨ ਨੇ, ਲੇਕਿਨ ਦੀ ਲਾਈਨ ਤੋਂ ਹੋ ਕੇ ਵੀ ਨਹੀਂ ਅੰਦਰ ਮੋਦੀ ਕਰ ਰਹੇ ਆ। ਉਹਨਾਂ ਬਾਅਦ ਚ ਦਿੱਲੀ ਵਿੱਚ ਸੁਪਰੀਮ ਕੋਰਟ 4 ਸੈਨਾਵਾਂ ਜਿਹੜੀਆਂ ਆਪਣੀਆਂ 3 ਸੈਨਾਵਾਂ, ਉਹਨਾਂ ਦੇ ਮੁਖੀ ਜਿਹੜੇ ਆ ਚੀਫ ਆਫ ਆਰਮੀ ਸਟਾਫ, ਉਹ ਉੱਥੇ ਬੈਠੇ, ਔਰ ਉਸ ਤੋਂ ਅੱਗੇ ਰਾਸ਼ਟਰਪਤੀ ਸਾਹਿਬ ਉੱਥੇ,
540 ਜਿਹੜੇ ਮੈਂਬਰ ਪਾਰਲੀਮੈਂਟ ਉੱਥੇ, ਰਾਜ ਸਭਾ ਦੇ ਮੈਂਬਰ ਉੱਥੇ, ਔਰ ਸਾਰਿਆਂ ਦੇਸ਼ਾਂ ਦੀਆਂ ਐਮਬੈਸੀਆਂ ਦੇ ਐਮਬੈਸਡਰ ਉੱਥੇ ਬੈਠੇ। ਔਰ ਤੁਸੀਂ ਅੱਜ ਕਹਿ ਰਹੇ ਹੋ ਕਿ ਮਣੀਪੁਰ ਦੇ ਵਿੱਚ ਜਾ ਕੇ ਦੌਰਾ ਨਹੀਂ ਕੀਤਾ। ਕੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੇ ਉੱਥੇ ਦੌਰਾ ਕੀਤਾ ਸੀ ਜਿੱਥੇ ਅੱਜ ਵਿਡੋ ਕਲੋਨੀਆਂ ਬਣੀਆਂ ਹੋਈਆਂ ਨੇ? ਕੀ ਤੁਹਾਡੀ ਕੀ ਮਜਬੂਰੀ ਹੈ ਕਿ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਜਿਹੜੇ ਦਰਿੰਦੇ ਨੇ, ਜਿਨ੍ਹਾਂ ਨੂੰ ਬੱਚਾ ਬੱਚਾ ਸਿੱਖਾਂ ਦਾ, ਹਰ ਬੰਦਾ ਮੀਡੀਆ ਤੋਂ ਲੈ ਕੇ ਹਰ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਇਹ ਸਿੱਖਾਂ ਦੇ ਕਾਤਲ ਨੇ, ਉਹਨਾਂ ਨੂੰ ਤੁਸੀਂ ਪਾਰਟੀ ਦੇ ਵਿੱਚ ਕਿਉਂ ਰੱਖੀ ਬੈਠੇ ਹੋ? ਇਹ ਕਾਊਂਟਰ ਕਰਨ ਲਈ ਅੱਜ ਆਪਾਂ ਗੱਲ ਕਰੀ ਜਾਈਏ। ਹੁਣ ਅੱਗੇ ਆ ਜਾਈਏ ਬੀਜੇਪੀ ਤੇ। ਬੀਜੇਪੀ ਦੇ ਕੋਲ ਥੰਮ ਮੈਜੋਰਟੀ ਹੈ, ਲੇਕਿਨ ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਉਹ ਅੱਜ ਫਿਰਕੂ ਰਾਜਨੀਤੀ ਨੂੰ ਇਹਨਾਂ ਲਾਰਾ ਕਿਉਂ ਦੇ ਰਹੇ ਨੇ। ਤੁਸੀਂ ਇਹ ਦੇਖੋ ਜਿਹੜਾ ਤੁਹਾਡੀ ਪੀਰ ਮੁਹੰਮਦ ਜੀ, ਤੁਹਾਡੀ ਆਵਾਜ਼ ਦੀ ਸਮੱਸਿਆ ਮੈਂ ਆਪਣੀ ਟੀਮ ਨੂੰ ਕਹੂੰਗਾ ਤੁਹਾਡੇ ਨਾਲ ਸੰਪਰਕ ਕਰਦੇ ਆ। ਟੈਕਨੀਕਲ ਵਜ੍ਹਾ ਕਰਕੇ ਕੋਈ ਦਿੱਕਤ ਆ ਰਹੀ ਹੈ ਆਵਾਜ਼ ਦੇ ਅੰਦਰ। ਜੈਵੰਤ ਜੀ ਤੋਂ ਆਪਾਂ ਸਵਾਲ ਲੈਂਦੇ ਹਾਂ। ਜੈਵੰਤ ਜੀ, ਦੋ ਮਾਮਲਿਆਂ ਦੇ ਉੱਤੇ ਭਾਜਪਾ ਵੱਲ ਸਵਾਲ। ਪੀਰ ਮੁਹੰਮਦ ਜੀ ਦਾ ਕਹਿਣਾ ਹੈ ਕਿ ਭਾਜਪਾ ਦੀ ਕੀ ਮਜਬੂਰੀ ਹੈ, ਫਿਰਕਾ ਪ੍ਰਸਤ ਦੀ ਰਾਜਨੀਤੀ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਪੋਲੀਟੀਕਲ ਸਵਾਲ ਜਿਹੜਾ ਕਿ ਦਿੱਲੀ ਦੀ ਸੰਸਦ 'ਚੋਂ ਨਿਕਲ ਕੇ ਆ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ, ਉਹਨਾਂ ਵੱਲੋਂ ਵੀ ਵਿਸ਼ੇਸ਼ ਸੈਸ਼ਨ ਦਿੱਲੀ ਦਾ ਬੁਲਾ ਲਿਆ ਗਿਆ। ਲੱਗਦਾ ਨਹੀਂ ਕਿ ਜਿਹੜਾ ਇਸ ਵੇਲੇ ਦੇਸ਼ ਦੀ ਰਾਜਨੀਤੀ ਹੈ ਲਗਾਤਾਰ ਇੱਕ ਟਕਰਾਅ ਵੱਲ ਨੂੰ ਵੱਧ ਰਹੀ ਹੈ? ਜੈਵੰਤ ਜੀ देखो सिद्धू साहब, बहुत अच्छा ਤੁਹਾਡਾ सवाल है। बीजेपी ਦੀ ਇੱਕੋ ਹੀ ਮਜਬੂਰੀ ਹੈ ਤੇ ਉਹ ਹੈ ਕਿ ਜਿਹੜੀ ਸਾਡੀ ਓਪੋਜੀਸ਼ਨ ਹੈ ਉਹ ਦੇਸ਼ ਦਾ ਘੱਟ ਸੋਚਦੀ ਹੈ ਤੇ ਕੁਰਸੀ ਦਾ ਜ਼ਿਆਦਾ ਸੋਚਦੀ ਹੈ। ਇਸ ਵੇਲੇ ਸਾਰੀ ਓਪੋਜੀਸ਼ਨ ਦੇ ਕੋਲ ਇੱਕੋ ਤੇ ਇੱਕ ਏਜੰਡਾ ਹੈਗਾ ਕਿ ਕਿਸੇ ਤਰ੍ਹਾਂ ਨਾਲ ਬੀਜੇਪੀ ਨੂੰ ਅਸੀਂ 2024 ਦੀ ਇਲੈਕਸ਼ਨ ਦੇ ਵਿੱਚ ਹਰਾਈਏ। ਕਾਮ ਦਾਮ ਗੰਦ ਭੇਦ ਜੋ ਮਰਜ਼ੀ ਕਰਕੇ ਤੇ ਜਿਹੜੀ ਮਿਜ਼ਰੀ ਹੈ ਉੱਥੋਂ ਦੀ ਜੋ ਮਨੀਪੁਰ ਦੇ ਲੋਕ ਇਸ ਵੇਲੇ ਸਫਰ ਕਰ ਰਹੇ ਨੇ, ਉਸ ਚੀਜ਼ ਨੂੰ ਇਹਨਾਂ ਨੇ ਇੱਕ ਲੀਵਰੇਜ ਬਣਾਇਆ ਹੈ। ਉਸ ਦੇ ਸ਼ੋਲਡਰ ਦੇ ਉੱਤੇ ਆਪਣੀਆਂ ਰਾਜਨੀਤਿਕ ਗੋਲੀਆਂ ਚਲਾ ਰਹੇ ਨੇ ਫਰੋਮ ਦ ਸ਼ੋਲਡਰ ਆਫ ਮਨੀਪੁਰ, ਵਿਚ ਇਜ਼ ਰਿਪਰੀਹੈਂਸਿਬਲ। ਮੈਂ ਇਸ ਚੀਜ਼ ਦੀ ਬਹੁਤ ਸਖਤ ਨਿੰਦਾ ਕਰਦਾ ਵਾਂ। ਮੈਂ ਕਹਿਣਾ ਕਿ ਇਹ ਸਾਰਾ ਇੱਕ ਦੇਸ਼ ਦਰੋਹੀ ਸੋਚ ਹੈਗੀ ਹੈ ਕਿ ਤੁਸੀਂ ਇੱਕ ਬੰਦੇ ਦੇ ਪਿੱਛੇ ਪਏ ਹੋ ਤੇ ਦੇਸ਼ ਦੇ ਵਿੱਚ ਕੁਝ ਐਸਾ ਹਾਦਸਾ ਹੋ ਰਿਹਾ ਹੈ, ਐਸਾ ਪ੍ਰੋਬਲਮ ਖੜਾ ਹੈ ਤੇ ਉਹਨੂੰ ਤੁਸੀਂ ਇਕੱਠੇ ਮਿਲ ਕੇ ਸੌਟ ਆਊਟ ਕਰਨ ਦੇ ਉਹਨੂੰ ਤੁਸੀਂ ਅੱਗ ਲਗਾ ਰਹੇ ਹੋ, ਉਹਨੂੰ ਤੁਸੀਂ ਹਵਾ ਦੇ ਰਹੇ ਹੋ। ਇਹ ਸਾਰੀਆਂ ਚੀਜ਼ਾਂ ਕਰਕੇ ਪਰ ਇਹਦੇ ਨਾਲ ਕੁਝ ਹੋਣਾ ਨਹੀਂ ਹੈ, ਇਹਨਾਂ ਨੂੰ ਕੁਝ ਮਿਲਣਾ ਨਹੀਂ ਹੈ, ਕਿਉਂਕਿ ਸਾਰੀ ਦੁਨੀਆ ਦੇਖ ਰਹੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਓਪਰਚੁਨਿਸਟ ਪੋਲਿਟਿਕਸ ਕਰ ਰਹੇ ਨੇ ਮਨੀਪੁਰ ਦੇ ਉੱਤੇ। ਦੇ ਆਰ ਨਾਟ ਹੈਲਪਿੰਗ, they are creating roadblocks। ਅਗਰ ਇਹ ਓਪੋਜੀਸ਼ਨ ਸਾਡੇ ਨਾਲ ਮਿਲ ਜਾਂਦੀ ਤੇ ਉੱਥੋਂ ਦੀਆਂ ਜਿਹੜੀਆਂ ਉੱਥੇ ਨੁਕਸਾਨ ਹੋਇਆ, ਡਿਸਟਰਕਸ਼ਨ ਹੋਈ ਹੈ, ਉਹ 50% ਘੱਟ ਹੋ ਸਕਦੀ ਸੀਗੀ, ਪਰ ਇਹਨਾਂ ਨੇ ਉਹ ਕੀਤਾ ਨਹੀਂ। ਪਰ ਬੀਜੇਪੀ ਇਕੱਲੀ ਹੀ ਸક્ષਮ ਹੈਗੀ ਹੈ ਇਹ ਸਾਰਾ ਕੁਝ ਸੌਟ ਆਊਟ ਕਰਨ ਵਾਸਤੇ। 95% ਸੌਟ ਆਊਟ ਹੋ ਗਿਆ, ਜਿਹੜਾ ਬਾਕੀ 5% ਰਹਿ ਗਿਆ ਉਹ ਵੀ ਸੌਟ ਆਊਟ ਹੋ ਜਾਏਗਾ ਤੇ ਇਹਨਾਂ ਨੂੰ ਇਹਦੇ ਵਿੱਚੋਂ ਕੋਈ ਇਲੈਕਟੋਰਲ ਬੈਨੀਫਿਟ ਮਿਲਣਾ ਨਹੀਂ। ਜੈਵੰਤ ਜੀ, ਇੱਕ ਸਵਾਲ ਜੋ ਪੀਰ ਮੁਹੰਮਦ ਜੀ ਕਹਿ ਰਹੇ ਆ, ਪੀਰ ਮੁਹੰਮਦ ਨਹੀਂ ਕਹਿ ਰਿਹਾ ਕਿ ਭਾਜਪਾ ਦੀ ਕੀ ਮਜਬੂਰੀ ਹੈ ਕਿ ਫਿਰਕਾ ਪ੍ਰਸਤੀ ਜਾਂ ਇੱਦਾਂ ਜਿਹੜੀਆਂ ਹੈਗੀ ਜਦੋਂ ਇਲੈਕਸ਼ਨਸ ਆਉਂਦੀਆਂ ਤਾਂ ਵੋਟਾਂ ਦੇ ਧਰੁਵੀਕਰਨ ਦੇ ਲਈ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ। ਅਕਾਲੀ ਦਲ ਤਾਂ ਦੇਖੋ ਤੁਹਾਡਾ ਸਹਿਯੋਗੀ ਰਿਹਾ ਲੰਬਾ ਸਮਾਂ, ਅਕਾਲੀ ਦਲ ਦੇ ਬੁਲਾਰੇ ਉਹਨਾਂ ਵੱਲੋਂ ਕਿਹਾ ਗਿਆ ਹੈ। ਇੱਕ ਬਹੁਤ ਬੇਬੁਨਿਆਦ ਇਲਜ਼ਾਮ ਹੈਗਾ, ਕੋਈ ਫਿਰਕਾ ਪ੍ਰਸਤੀ ਨਹੀਂ ਕਰਦੇ। ਇਹ ਜਿਹੜਾ ਇੰਜੀਨੀਅਰ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਉਹ ਐਕਸਪੋਜ਼ ਕਰਨੀਆਂ ਬਹੁਤ ਜ਼ਰੂਰੀ ਨੇ। ਮਨੀਪੁਰ ਦੇ ਵਿੱਚ ਵਾਇਲੈਂਸ ਇੰਜੀਨੀਅਰ ਕਰਕੇ ਸਾਨੂੰ ਕੁਝ ਨਹੀਂ ਮਿਲਣਾ ਸੀਗਾ, ਇਹ ਕਿਸੇ ਹੋਰ ਨੇ ਇੰਜੀਨੀਅਰ ਕੀਤੀ ਹੈ। ਇਹ ਪਤਾ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਕਿੰਨੇ ਕੀਤੀ ਹੈ। ਉੱਥੋਂ ਦੇ ਜਿਹੜੇ ਕ੍ਰਿਸਚੀਅਨਸ ਨੇ ਉਹਨਾਂ ਨੂੰ ਕਿੰਨੇ ਖੜਾ ਕੀਤਾ ਸੀਗਾ, ਕਾਂਗਰਸ ਨੇ ਖੜਾ ਕੀਤਾ ਸੀਗਾ। ਮੈਂ ਤੇ ਕਹਿ ਰਿਹਾ ਕਿ ਇਹ ਸਾਰੀ ਇੰਜੀਨੀਅਰਿੰਗ ਜਿਹੜੀ ਹੈਗੀ ਹੈ ਇਹ ਕੁਝ ਐਂਟੀ ਨੈਸ਼ਨਲ ਫੋਰਸਿਸ ਤੇ ਕੁਝ ਐਸੀ ਫੋਰਸਿਸ ਨੇ ਕੀਤੀਆਂ ਨੇ ਜਿਹੜੀ ਅੱਗੇ ਬੀਜੇਪੀ ਗਵਰਨਮੈਂਟ ਨੂੰ ਗਿਰਾਉਣਾ ਚਾਹੁੰਦੀਆਂ ਨੇ ਤੇ ਇਹਦੇ ਉੱਤੇ ਬੀਜੇਪੀ ਦੀ ਗਵਰਨਮੈਂਟ ਡੈਫੀਨੇਟਲੀ ਇਹਨਾਂ ਨੂੰ ਕੋਈ ਇਨਕੁਆਇਰੀ ਕਰਕੇ ਇਹਨੂੰ ਐਕਸਪੋਜ਼ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਹੈ, ਬੀਜੇਪੀ ਤੇ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਾਸਟ ਕੁਐਸਚਨ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੈਵੰਤ ਜੀ, ਸਵਾਲ ਬਣਦਾ ਹੀ ਆ, ਆਪਾਂ ਪੰਜਾਬ ਦੇ ਰਹਿਣ ਵਾਲੇ ਆ। ਜੇ ਗੱਲ ਮਨੀਪੁਰ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਵੀ ਅੱਜ ਕੋਈ ਤਰ੍ਹਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ, ਜਿਹਦੇ ਕ੍ਰਿਸਚੀਅਨ ਵੀ ਹੈ, ਬਸਪਾ ਦੇ ਹਮੈਤੀ ਵੀ ਹੈ। ਸੋ ਕਿਉਂ ਇਸ ਤਰ੍ਹਾਂ ਫਿਰ ਕੌਮੀ ਪੱਧਰ ਤੇ ਲੱਗਦਾ ਕਿ ਮਾਮਲੇ ਤਾਂ ਉੱਠ ਰਹੇ ਆ, ਇਹ ਗੱਲ ਕੱਲੀ ਮਨੀਪੁਰ ਦੀ ਨਹੀਂ ਰਹਿ ਜਾਂਦੀ? ਦੇਖੋ ਸਿੱਧੂ ਸਾਹਿਬ,
ਵੀਕ ਗਵਰਨਮੈਂਟ ਹੈ ਨਾ ਜਿਹੜੀ ਪੰਜਾਬ ਦੇ ਵਿੱਚ, ਉਸ ਵੀਕ ਗਵਰਨਮੈਂਟ ਦੇ ਕੋਲ ਹੋਰ ਕੋਈ ਤਰੀਕਾ ਨਹੀਂ ਹੈ ਕਿ ਐਕਸੈਪਟ ਕਿ ਹਰ ਚੀਜ਼ ਨੂੰ ਸੈਂਸੇਸ਼ਨਲਾਈਜ਼ ਕਰੋ ਤੇ ਹਰ ਚੀਜ਼ ਦੇ ਵਿੱਚੋਂ ਕੋਈ ਕੰਮ ਤੇ ਉਹ ਕਰਦੀ ਨਹੀਂ ਗਵਰਨਮੈਂਟ। ਜਿਹੜੇ ਉਹਨੇ ਵਾਅਦੇ ਦਿੱਤੇ ਸੀ ਉਹਨਾਂ ਵਿੱਚੋਂ ਇੱਕ ਵੀ ਇਹਨਾਂ ਕੋਲੋਂ ਪੂਰਾ ਨਹੀਂ ਹੋ ਰਿਹਾ। ਉਹਦੇ ਉੱਤੋਂ ਦੀ ਇਹਨਾਂ ਦਾ ਡੈਟ ਬੈਲੈਂਸ ਜਿਹੜਾ ਹੈ ਉਹ ਅੱਗੇ ਜਾਈ ਜਾ ਰਿਹਾ ਹੈ। ਸੋ ਮੇਰੇ ਹਿਸਾਬ ਦੇ ਨਾਲ ਜਿਹੜੀ ਗਵਰਨਮੈਂਟ ਹੈ ਉਹਨੂੰ ਆਪਣੇ ਇੰਟਰਨਲ ਮੈਟਰਸ ਜਿਹੜੇ ਨੇ ਉਹਨਾਂ ਦੇ ਉੱਤੇ ਤੇ ਸਾਡੇ ਮੀਡੀਆ ਨੂੰ ਵੀ ਪੰਜਾਬ ਦੇ ਮੈਟਰਸ ਦੇ ਉੱਤੇ ਜ਼ਿਆਦਾ ਆਪਣੇ ਆਪ ਨੂੰ ਫੋਕਸ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਕੋਈ ਭਲਾਈ ਹੋ ਜਾਏ। ਜੈਵੰਤ ਜੀ, ਤੁਸੀਂ ਵੱਡੀ ਗੱਲ ਕਹਿ ਗਏ ਹੋ। ਵੱਡੀ ਗੱਲ ਇਹ ਕਿ ਪੰਜਾਬ 'ਚ ਬੰਦ ਦਾ ਸੱਦਾ ਤੁਹਾਨੂੰ ਲੱਗਦਾ ਕਿ ਇਹਦੇ ਪਿਛੋਕੜ ਦੇ ਪਿੱਛੇ ਜਿਹੜੀ ਮੌਜੂਦਾ ਪੰਜਾਬ ਦੀ ਹਾਕਮਤ ਹੈ ਆਪ, ਉਹਦਾ ਹੱਥ ਹੋ ਸਕਦਾ ਹੈ ਬੰਦ ਦੇ ਪਿੱਛੇ? ਨਹੀਂ, ਬੰਦ ਦੇ ਨਾਲ ਕੀ ਹੋਏਗਾ? ਇੱਥੇ ਤੇ ਉਦੋਂ ਹੀ ਠੀਕ ਹੋਏਗਾ ਨਾ ਸਭ ਕੁਝ ਜਦੋਂ ਗਵਰਨਮੈਂਟ ਪਰਫਾਰਮ ਕਰੇਗੀ। ਗਵਰਨਮੈਂਟ ਤੇ ਪਰਫਾਰਮ ਕਰ ਹੀ ਨਹੀਂ ਰਹੀ। ਜੀ ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਕੌਮੀ ਪੱਧਰ 'ਤੇ ਵੱਡਾ ਮੁੱਦਾ ਲੋਕ ਸਭਾ ਸੰਸਦ ਦੇ ਵਿੱਚ ਮਾਮਲਾ ਚਾਹੇ ਮਨੀਪੁਰ ਦਾ, ਪਰ ਜਿਸ ਕਦਰ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੇ ਦੇਸ਼ ਦੀ ਹਾਕਮਤ ਵੱਡੀ ਪੱਧਰ 'ਤੇ ਟਕਰਾ ਦਿੱਲੀ ਦੀਆਂ ਬਰੂਹਾਂ ਤੱਕ, ਇਹ ਟਕਰਾ ਪੰਜਾਬ ਤੱਕ, ਸ਼ਾਇਦ ਜਿੱਦਾਂ ਸਾਡੇ ਮਹਿਮਾਨਾਂ ਦੀ ਵੀ ਰਿਹਾ ਕਿ 24 ਦੀਆਂ ਪਾਰਲੀਮੈਂਟ ਇਲੈਕਸ਼ਨ ਦੇ ਮੱਦੇਨਜ਼ਰ ਇਹ ਟਕਰਾਅ ਵੱਧ ਰਿਹਾ। ਇਹ ਦੇਸ਼ ਦੇ ਲੋਕ ਫੈਸਲਾ ਕਰਨਗੇ ਇਸ ਟਕਰਾਅ 'ਚ ਕੌਣ ਸਹੀ ਹੈ ਤੇ ਕੌਣ ਗਲਤ ਹੈ। ਪਰ ਇਹ ਜ਼ਰੂਰ ਹੈ ਇਹਨਾਂ ਮੁੱਦਿਆਂ 'ਤੇ ਆਉਣ ਲਈ ਆਪਾਂ ਆਪਣੇ ਸਾਰੇ ਮਹਿਮਾਨਾਂ ਦੇ ਧੰਨਵਾਦੀ ਹਾਂ ਤੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ਼੍ਰੀ ਅਕਾਲ।